ਗਾਇਕ ਲੈਂਬਰ ਹੁਸਨਪੁਰੇ ਦਾ ਪਿਛਲੇ ਕੇ ਆ ਰਹੀਆਂ ਨੇ ਉਹਨਾਂ ਦੇ ਜਿਹੜੇ ਪਤਨੀ ਨੇ ਸਾਲੀ ਨੇ ਜੋ ਸਿਸਟਰ ਇਨ ਲਾਅ ਨੇ ਉਹਨਾਂ ਦੇ ਬੱਚੇ ਉਹ ਵੀ ਬੁਲਾਓ ਰਜਨੀ ਜੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਬਾਰ-ਬਾਰ ਲੈਂਬਰ ਹੁਣੀ ਰਜਨੀ ਜੀ ਦਾ ਨਾਮ ਲੈ ਰਹੇ ਆ ਕਿ ਉਹ ਕਹਿੰਦੇ ਕਿ ਮੈਂ ਆਪਣੀ ਵਾਈਫ ਬਾਰੇ ਕੁਝ ਨਹੀਂ ਬੋਲਣਾ ਔਰ ਨਾ ਹੀ ਮੈਨੂੰ ਆਪਣੀ ਵਾਈਫ ਤੋਂ ਕੋਈ ਸ਼ਿਕਾਇਤ ਹੈ ਬਸ ਮੇਰੀ ਜੋ ਸਿਸਟਰ ਇਨ ਲਾਅ ਹੈ ਉਹ ਸਾਰੀ ਪ੍ਰੋਬਲਮ ਜਿਹੜੀ ਕ੍ਰੀਏਟ ਕਰ ਦੇਖੋ ਜੀ ਇਲਜ਼ਾਮ ਲਗਾਉਣ ਨੂੰ ਜਿਹੜੇ ਮਰਜ਼ੀ ਲਗਾਈ ਜਾਣ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਮੀਡੀਆ ਸਾਹਮਣੇ ਗੱਲ ਨਿਬੜੂਗੀ ਜੋ ਵੀ ਸਾਡੇ ਕੋਲ ਪ੍ਰੂਫ ਹੈਗੇ ਜੋ ਕੁਛ ਹੈਗਾ ਰੋਜ਼ੀ ਦੇ ਨਾਲ ਉਹਨਾਂ ਨਾਲ ਵੀ ਗੱਲ ਕੀਤੀ ਕਿ ਤੁਹਾਡੀ ਸਿਸਟਰ ਕਹਿ ਰਹੀ ਕਿ ਸਾਡੇ ਕੋਲ ਪ੍ਰੂਫ ਹੈ ਉਹ ਪ੍ਰੂਫ ਕਿਸ ਤਰ੍ਹਾਂ ਦੇ ਹੈਗੇ ਆ ਕਿਹੜੇ ਮਾਮਲਿਆਂ ਨੂੰ ਲੈ ਕੇ ਪ੍ਰੂਫ ਹੈਗੇ ਜੋ ਤੁਸੀਂ ਸਾਰਿਆਂ ਸਾਹਮਣੇ ਰੱਖੋਗੇ ਸਿਸਟਰ ਫਿਲਹਾਲ ਮੈਂ ਉਹ ਪ੍ਰੂਫ ਨਹੀਂ ਦੱਸ ਸਕਦੀ ਗੱਲ ਸਾਰੀ ਕਲੀਅਰ ਹੋ ਜਾਊਗੀ ਨਹੀਂ ਉਹ ਪ੍ਰੂਫ ਕਿਸ ਰਿਲੇਟਡ ਹੈ ਮੈਂ ਉਹੀ ਗੱਲ ਪੁੱਛ ਰਹੀ ਹਾਂ ਮੈਂ ਇਹ ਨਹੀਂ ਕਹਿ ਰਹੀ ਇਸ ਵੇਲੇ ਪ੍ਰੂਫ ਦਿਖਾਓ ਪ੍ਰੂਫ ਕਿਸ ਰਿਲੇਟਡ ਹੈ ਬਸ ਨਹੀਂ ਕਰਦੇ ਮੈਨਾਂ ਤੋਂ ਪੈਸੇ ਮੰਗੇ ਤਾਂ ਮੇਰੇ ਨਾਲ ਲੜਦੀਆਂ ਨੇ ਤਾਂ ਇਹਨਾਂ ਨੇ ਮੈਨੂੰ ਉਸ ਦਿਨ ਕੁੱਟਿਆ ਹੈ ਦੇਖੋ ਜੀ ਰਿਸ਼ਤੇਦਾਰੀਆਂ 'ਚ ਨਾ ਇਹਨੂੰ ਦੇਣ ਦਾ ਪ੍ਰੂਫ ਪੈਸੇ ਸਾਨੂੰ ਨਾ ਸਾਡੇ ਕੋਲ ਲੈਣ ਦਾ ਪ੍ਰੂਫ ਠੀਕ ਹੈ 5 ਲੱਖ ਰੁਪਏ ਇਹਨੇ ਲਾਇਆ ਜੇ ਇਹ ਕਹਿ ਰਿਹਾ ਨਾ ਮੈਂ ਇਹਨੂੰ ਸਾਈਪਰਸ ਭੇਜਿਆ ਇਹਨੇ 5 ਲੱਖ ਰੁਪਏ ਜ਼ਰੂਰ ਲਗਾਇਆ ਪਰ ਮੈਂ ਇੱਕ ਇਹਦੀ ਪਾਈ ਮੋੜਦੀ ਰਹੀ ਜਿੱਦਾਂ ਮੈਂ ਆਪਣੀ ਸਿਸਟਰ ਨੂੰ ਪੈਸੇ ਭੇਜਨੇ ਗੱਲ ਕਲੀਅਰ ਇਹ ਪ੍ਰੂਫ ਲੈ ਕੇ ਆਵੇ ਇਹ ਜੇ ਕਹਿੰਦਾ ਨਾ ਜੇ ਮੈਂ ਇਹਨਾਂ ਨੂੰ ਪੈਸੇ ਦਿੱਤੇ ਆ ਮੈਂ ਤੇ ਲਾਏ ਆ ਇਹ ਪ੍ਰੂਫ ਲੈ ਕੇ ਆਵੇ ਉਹ ਚੀਜ਼ਾਂ ਦੇ ਠੀਕ ਹੈ ਜੀ ਕਿਉਂਕਿ ਅਸੀਂ ਕਲੀਅਰ ਕਰ ਦਿੱਤੇ ਆ ਪੈਸੇ ਜੇ ਇਹਨੇ ਲਾਏ ਸੀ ਮੈਂ ਇਹ ਨਹੀਂ ਮੁੱਕਰਦੀ ਹੈਗੀ ਵੀ ਇਹਨੇ ਨਹੀਂ ਲਾਏ ਫਿਲਹਾਲ ਤੁਸੀਂ ਇਹ ਵੀ ਗੱਲ ਦੇਖੋ ਸਾਈਪਰਸ ਜਾਣ ਲਈ 5 ਲੱਖ ਰੁਪਇਆ ਇਹ ਕਿਸ ਵਿਹਾਵ ਤੇ ਕਹਿੰਦਾ ਔਰ ਦੂਸਰੀ ਗੱਲ ਆ ਸਿਸਟਰ ਜੇ ਇਹ ਕਹਿੰਦਾ ਸੀ ਨਾ ਸਾਈਪਰਸ ਜਾਣ ਲਈ ਮੈਨੂੰ ਭੇਜੇ ਇਹਨੇ ਸਿਰਫ ਇੱਕ ਹੀ ਗੱਲ ਕੀਤੀ ਸੀ ਸਾਨੂੰ ਬਾਹਰਲੀਆਂ ਕੰਟਰੀਆਂ ਬਾਰੇ ਕੁਝ ਨਹੀਂ ਪਤਾ ਇਦਾਂ ਦਾ ਸਾਨੂੰ ਕੋਈ ਨੌਲੇਜ ਨਹੀਂ ਸੀ ਇਹਨੇ ਦਿਨਾਂ 'ਚ ਹੀ ਪਾਸਪੋਰਟ ਬਣਾਇਆ ਮੇਰਾ ਤਾਂ ਮੇਰੀ ਸਿਸਟਰ ਦਾ ਕੈਨੇਡਾ ਵਾਲੀ ਦਾ ਰੋਮਾ ਇਹ ਹੋਈ ਸੀ ਇਹ ਕਹਿੰਦਾ ਸੀ ਚਲੋ ਤੁਸੀਂ ਗਰੀਬ ਖਾਨਦਾਨ ਦੇ ਆ ਤੁਸੀਂ ਆਪਣਾ ਖਰਚਾ ਵਰਚਾ ਚੁੱਕੋਗੇ ਆਪਣਾ ਘਰ ਚਲਾ ਸਕਦੇ ਆ ਆਪਣੇ ਮਾਂ-ਬਾਪ ਨੂੰ ਦੇਖਾਂਗੇ ਇਹਨੇ ਘੱਟ ਉਹੀ ਗੱਲ ਮੜੀ ਆ ਕੇ ਸਾਡੇ ਮਾਂ-ਬਾਪ ਕੋ ਕਹਿਣ ਲੱਗ ਪਿਆ ਜੀ ਮੈਨੂੰ ਸਾਈਪਰਸ ਭੇਜਣਾ ਐਦਾਂ ਇੱਥੇ ਬਿੰਦੂ ਨਾਮ ਦੀ ਕੁੜੀ ਹੈ ਜਲੰਧਰ ਦੀ ਕੁੜੀ ਹੈ ਜੋ ਇਸ ਠੀਕ ਹੈ ਜੀ ਅੱਟੀ ਸੱਟੀ ਲਾ ਕੇ ਵੀ ਮੈਂ ਇਹਨਾਂ ਨੂੰ ਭੇਜਣਾ ਪਤਾ ਨਹੀਂ ਇਹਨੇ ਪੈਸੇ ਦਿੱਤੇ ਵੀ ਆ ਕਿ ਨਹੀਂ 5 ਲੱਖ ਰੁਪਏ ਜੇ ਕਹਿੰਦਾ ਸਾਨੂੰ ਇਹ ਚੀਜ਼ ਦਾ ਕੋਈ ਪ੍ਰੂਫ ਨਹੀਂ ਇਹ ਪ੍ਰੂਫ ਲੈ ਕੇ ਆਵੇ ਠੀਕ ਹੈ ਇਹਨੇ ਸਾਈਪਰਸ ਭੇਜਿਆ ਜਦੋਂ ਇਹਨੇ ਘਰ ਗੱਲ ਕੀਤੀ ਅਸੀਂ ਸਾਈਪਰਸ ਬਾਰੇ ਲੋਕਾਂ ਨੂੰ ਵੀ ਪੁੱਛਿਆ ਕਈਆਂ ਨੂੰ ਕਿਉਂਕਿ ਸਾਨੂੰ ਇਹ ਕੰਟਰੀਆਂ ਦਾ ਪਤਾ ਨਹੀਂ ਕਦੀ ਗਏ ਨਹੀਂ ਪਾਸਪੋਰਟ ਨਹੀਂ ਬਣਾਏ ਜਦੋਂ ਇਹ ਗੱਲ ਹੋਈ ਅਸੀਂ ਲੋਕਾਂ ਨੂੰ ਕਾਫੀ ਨੂੰ ਪੁੱਛਿਆ ਵੀ ਸਾਈਪਰਸ ਕਿਉਂ ਕਿਸੇ ਪੁੱਛਿਆ ਸਾਈਪਰਸ ਕਿਹੋ ਜਿਹੀ ਕੰਟਰੀ ਹੈ ਉਹਨਾਂ ਨੇ ਕਿਹਾ ਬੜੀ ਪੂਅਰ ਕੰਟਰੀ ਹੈ ਉੱਥੇ ਵਿੱਚ ਕੁਛ ਨਹੀਂ ਸਿਰਫ ਹਾਊਸਮੇਡ ਦਾ ਕੰਮ ਚੱਲਦਾ ਫਿਰ ਮੈਂ ਇਹਨੂੰ ਸਵਾਲ ਕੀਤਾ ਸੀ ਆਪਣੇ ਜੀਜੇ ਨੂੰ ਇਹ ਲੈਂਬਰ ਹੁਸੈਨਪੁਰੀ ਨੂੰ ਵੀ ਜੇ ਤੂੰ ਮੈਨੂੰ ਸਾਈਪਰਸ ਭੇਜਣ ਲੱਗਾ ਉੱਥੇ ਤਾਂ ਕੋਈ ਫਿਊਚਰ ਨਹੀਂ ਹੈਗਾ ਇਹਨੇ ਮੈਂ ਸਾਨੂੰ ਇਹ ਵਾਅਦਾ ਕੀਤਾ ਸੀ ਮੇਰੇ ਘਰਦਿਆਂ ਨੂੰ ਸਾਰੇ ਮੇਰੇ ਫੈਮਿਲੀ ਨੂੰ ਪਤਾ ਇਹਨੇ ਇਹ ਵਾਅਦਾ ਕੀਤਾ ਸੀ ਸਾਈਪਰਸ ਜਾ ਕੇ ਮੈਂ ਤੈਨੂੰ ਇੰਗਲੈਂਡ ਬਚਾਣਾ ਕਿਉਂਕਿ ਯੂਕੇ ਮੇਰਾ ਇਹ ਕਹਿੰਦਾ ਹੁੰਦਾ ਸੀ ਸਿੱਕਾ ਜੰਮਦਾ ਇਹ ਹਮੇਸ਼ਾ ਕਹਿੰਦਾ ਸੀ ਯੂਕੇ ਮੇਰਾ ਸਿੱਕਾ ਜੰਮਦਾ ਮੈਂ ਤੈਨੂੰ ਯੂਕੇ ਸੈੱਟ ਕਰੂੰਗਾ ਇਹਨੇ 5 ਲੱਖ ਰੁਪਈਆ ਕੋਈ ਨਹੀਂ ਲਾਇਆ ਠੀਕ ਹੈ ਅੱਜ ਜੋ ਇਹ ਮਰਜ਼ੀ ਕਹਿ ਦੇਵੇ ਜੇ ਇਹਨੇ ਲਾਏ ਵੀ ਆ ਅੰਦਰਗਤੀ ਜੇ ਇਹਨੇ ਕੀਤੇ ਵੀ ਅਸੀਂ ਤਾਂ ਨਹੀਂ ਇਹਦੇ ਦੇਖੇ ਜਦੋਂ ਇਹ ਦਿੰਦਾ ਸੀ ਕਿਸੇ ਏਜੰਟਾਂ ਨੂੰ ਪੈਸੇ ਅਸੀਂ ਉਹ ਚੀਜ਼ਾਂ ਹਫ਼ਤੇ ਮੋੜਿਓ ਪੈਸੇ ਜੀ ਐਲੀਗੇਸ਼ਨ ਲਗਾਉਂਦਾ ਸੀ ਹਮੇਸ਼ਾ ਮਾਰਦਾ ਕੁੱਟਦਾ ਸੀ ਭੈਣ ਨੂੰ ਹਮੇਸ਼ਾ ਟੌਰਚਰ ਕਰਦਾ ਸੀ ਉਹ ਕਹਿੰਦਾ ਸੀ ਮੈਂ ਪੈਸੇ ਲਾਏ ਆ ਹੁਣ ਬਾਹਰ ਚਲੇ ਗਈ ਆ ਉੱਥੇ ਕਮਾਉਂਦੀ ਆ ਚਾਹੇ ਮੈਂ ਉੱਥੇ 15 ਕਮਾਉਣੀ ਸੀ 20 ਕਮਾਉਣੀ ਸੀ ਕੀ ਕਰਦੇ ਸੀ ਉੱਥੇ ਜਾ ਕੇ ਮੈਂ ਹਾਊਸਮੇਡ ਸੀ ਜੀ ਇਹਨੇ ਮੈਨੂੰ ਹਾਊਸਮੇਡ ਲਈ ਉੱਥੇ ਭੇਜਿਆ ਹੋਇਆ ਸੀ ਇਹਨੇ ਸਿਰਫ ਇਹ ਗੱਲ ਮੈਨੂੰ ਕਹੀ ਸੀ ਫਿਰ ਰਜਨੀ ਮੈਂ ਕਿਹਾ ਮੈਂ ਹਾਊਸਮੇਡ ਦਾ ਮੈਂ ਪੜ੍ਹੀ ਲਿਖੀ ਕੁੜੀ ਆ ਮੈਂ ਹਾਊਸਮੇਡ ਦਾ ਕਿਉਂ ਕੰਮ ਕਰੂੰਗੀ ਇਹਨੇ ਮੈਨੂੰ ਕਿਹਾ ਸੀ ਤੂੰ 15 ਦਿਨ ਸਿਰਫ ਉੱਥੇ ਰਹਿਣਾ 15 ਦਿਨਾਂ ਤੋਂ ਬਾਅਦ ਤੂੰ ਤੇਰਾ ਇੰਗਲੈਂਡ ਦਾ ਕੰਮ ਬਣਨਾ ਮੈਂ ਉੱਥੇ ਜੀ 2 ਸਾਲ ਰਹੀ 2-2.5 ਸਾਲ ਰਹੀ ਆ ਮੈਂ ਕੰਮ ਕੀਤਾ ਮੈਂ ਇਹਦੇ ਪੈਸੇ ਮੋੜੇ ਮੈਂ ਇਹਦੀ ਪਾਈ ਮੋੜੀ ਹੈ ਜਦੋਂ ਮੈਂ ਪੈਸੇ ਮਨੀਗ੍ਰਾਮ ਵਗੈਰਾ 'ਚ ਭੇਜਦੀ ਸੀ ਜੋ ਵੀ ਭੇਜਦੀ ਸੀ ਮੇਰੀ ਸਿਸਟਰ ਇਹਨੂੰ ਹੈਂਡ ਟੂ ਹੈਂਡ ਦਿੰਦੀ ਰਹੀ ਹੈ ਸਾਰੇ ਪੈਸੇ ਇਹਨੇ 5 ਲੱਖ ਦਾ ਦਾਵਾ ਕਰ ਦਿੱਤਾ ਇਹਨੇ ਏਜੰਟਾਂ ਨੂੰ ਕਿੰਨਾ ਦਿੱਤਾ ਉਹ ਸਾਨੂੰ ਨਹੀਂ ਪਤਾ ਪਰ ਅਸੀਂ ਇਹਦਾ 5 ਲੱਖ ਰੁਪਇਆ ਮੋੜ ਦਿੱਤਾ ਜਦੋਂ ਮਨੀਗ੍ਰਾਮ ਤੋਂ ਤੁਸੀਂ ਪੈਸੇ ਭੇਜਦੇ ਰਹੇ ਹੋ ਉਹਦੀ ਰਿਸਿਪਟਸ ਤਾਂ ਹੁੰਦੀਆਂ ਉਹ ਤੁਹਾਡੇ ਕੋਲ ਪਈਆਂ ਸੀ ਰਾਜੇ ਪੁਰਾਣੀਆਂ ਗੱਲਾਂ ਹੋ ਗਈਆਂ ਉਹ ਚੀਜ਼ਾਂ ਇੰਨੀਆਂ ਕੌਣ ਸੰਭਾਲ ਕੇ ਰੱਖਦਾ ਠੀਕ ਹੈ ਇਹਦੇ ਕੋਲ ਹੈਗੀਆਂ ਤਾਂ ਇਹ ਪ੍ਰੂਫ ਕਰ ਦੇਵੇ ਇਹ ਪ੍ਰੂਫ ਕਰ ਸਕਦਾ ਜਿਹਦੇ ਕੋਲ ਹੈਗੀਆਂ ਸਾਡੇ ਕੋਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕਿਹਾ ਕਿ 2-2.5 ਸਾਲ ਤੁਸੀਂ ਉੱਥੇ ਰਹੇ ਫਿਰ ਤੁਸੀਂ ਇਹਨਾਂ ਨੂੰ ਪੁੱਛਦੇ ਨਹੀਂ ਸੀ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਯੂਕੇ ਭੇਜਣਾ ਹੈ ਤੇ ਤੁਸੀਂ ਤਾਂ ਮੈਨੂੰ ਇੱਥੇ ਰੱਖਿਆ ਫਿਰ ਤੁਸੀਂ ਉੱਥੋਂ ਵਾਪਸ ਕਿਵੇਂ ਆਏ ਬਿਲਕੁਲ ਐਕਚੁਅਲੀ ਰਾਜੀ ਗੱਲ ਇਹ ਆ ਕਿ ਇਹ ਸ਼ੁਰੂ ਤੋਂ ਬੜਾ ਘਟੀਆ ਤੇ ਕਮੀਨਾ ਬੰਦਾ ਜਨਾਨੀਵਾਜ ਬੰਦਾ ਠੀਕ ਹੈ ਇਹਦੇ ਰਿਲੇਸ਼ਨ ਬਹੁਤ ਸਾਰੀਆਂ ਜਨਾਨੀਆਂ ਨਾਲ ਰਹੇ ਜਦ ਸਿਸਟਰ ਦੀ ਮੈਰਿਜ ਹੋ ਗਈ 16 ਸਾਲ ਉਹਦੀ ਮੈਰਿਜ ਨੂੰ ਹੋ ਗਏ ਉਦੋਂ ਦੀ ਅਸੀਂ ਇਹਦੀਆਂ ਇਹ ਕਹਾਣੀਆਂ ਸੁਣਦੇ ਆਏ ਠੀਕ ਹੈ ਜੀ ਇਹ ਕਹਾਣੀਆਂ ਸੁਣ ਕੇ ਸਾਡੇ ਕੰਨ ਅੱਕ ਗਏ ਇਹਦੇ ਗੰਦੇ ਰਿਲੇਸ਼ਨ ਇਹਨਾਂ ਦੀਆਂ ਕੰਮ ਵਾਲੀਆਂ ਨਾਲ ਵੀ ਰਿਲੇਸ਼ਨ ਆ ਬੱਚਿਆਂ ਨੇ ਅੱਖੀ ਦੇਖਿਆ ਹੋਇਆ ਅੱਛਾ
ਬੱਚਿਆਂ ਨੇ ਅੱਖੀ ਦੇਖਿਆ ਹੋਇਆ, ਇਹਦੀ ਬੇਟੀ ਨੇ ਦੇਖਿਆ, ਇਹਦੇ ਬੇਟਿਆਂ ਨੇ ਦੇਖਿਆ ਹੋਇਆ ਇਹ ਕੀ ਗੰਦ ਘੋਲਦੇ ਆ। ਇਸ ਟਾਈਮ ਅੱਕ ਕੇ ਅਸੀਂ ਬੋਲਦੇ ਹਾਂ। ਹੁਣ ਜਿਹੜੀ ਗੱਲ ਰਹੀ, ਸਵਾਲ ਤੁਹਾਡਾ ਇਹ ਆ, ਤੁਸੀਂ ਮੈਨੂੰ ਕੀ ਸਵਾਲ ਪੁੱਟ ਕੀਤਾ ਕਿ ਤੁਸੀਂ ਇੰਨਾ ਟਾਈਮ ਤੁਹਾਨੂੰ ਇਹਨਾਂ ਨੇ ਕਿਹਾ ਸੀ ਕਿ ਯੂਕੇ ਭੇਜ ਦੋਗੇ, ਪਰ 2-2.5 ਸਾਲ ਤੁਸੀਂ ਸਾਈਪ੍ਰਸ ਉੱਥੇ ਹੀ ਰਹੇ ਹੋ, ਤੇ ਉੱਥੋਂ ਵਾਪਸ ਕਿਸ ਤਰ੍ਹਾਂ ਆਏ? ਜੀ। ਇਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਸੀ, ਪੁੱਛਦੇ ਸੀ ਕਿ ਮੈਨੂੰ ਯੂਕੇ ਕਿਉਂ ਨਹੀਂ ਭੇਜ ਰਹੇ? ਐਕਚੁਅਲੀ ਸਿਸਟਰ ਗੱਲ ਇਹ ਆ ਕਿ ਜਦੋਂ ਮੈਂ ਉੱਥੇ ਚਲੇ ਗਈ, ਮੈਨੂੰ ਨਾ ਇਹ ਜਿਹੜੀ ਇਹਦੇ ਕੁੜੀ ਸੀ ਬਿੰਦੂ ਨਾਮ ਦੀ, ਏਜੰਟ ਸੀ ਇੱਥੋਂ ਕੋਈ, ਇਹਨੇ ਉਹਨੂੰ ਪੈਸਾ ਦਿੱਤਾ, ਨਹੀਂ ਦੱਸਿਆ 5 ਲੱਖ ਰੁਪਇਆ, ਪਰ ਅਸੀਂ ਇਹਦੇ ਮੋੜੇ। ਗੱਲ ਇਦਾਂ ਸੀਗੀ, ਜਦੋਂ ਉਹ ਮੈਨੂੰ ਲੈਣ ਆਈ ਆ, ਮੈਂ ਉਹਦੇ ਕੋਲ ਰਹੀ ਹਾਂ, ਮੈਂ 3-4 ਦਿਨ ਰਹੀ ਹਾਂ। ਮੈਂ ਕਿਹਾ ਦੀਦੀ ਮੇਰਾ ਕੰਮ ਕੀ ਹੈ? ਕਹਿੰਦੀ ਹਾਊਸਮੇਡ ਦਾ ਕੰਮ ਆ। ਮੈਂ ਕਿਹਾ ਇਹ ਤਾਂ ਕਹਿੰਦਾ ਸੀ ਇੰਗਲੈਂਡ ਜਾਣਾ, ਉੱਥੇ ਤੂੰ 15 ਦਿਨ ਰਹਿਣਾ ਵੀ, ਮੈਨੂੰ ਇਦਾਂ ਦੀ ਕੋਈ ਗੱਲਬਾਤ ਦਾ ਪਤਾ ਨਹੀਂ। ਉਹ ਕਹਿੰਦੀ ਰਾਜੇ ਇੱਥੇ ਕੰਮ ਹੀ ਇਹ ਚੱਲਦਾ। ਚਲੋ ਜੀ, ਇਹ ਵੀ ਗੱਲ ਹੋ ਗਈ। ਮੈਨੂੰ ਉੱਥੇ ਮੈਂ ਕੰਮ ਤੇ ਵੀ ਚਲੇ ਗਈ। ਫਿਰ ਇਹਦਾ 15-20 ਦਿਨ ਬਾਅਦ ਜਦੋਂ ਮਾਲਕਾ ਕੋ ਮੈਂ ਉੱਥੇ ਚਲੇ ਗਈ ਹਾਂ, ਜਿਨ੍ਹਾਂ ਦੇ ਘਰ ਮੈਂ ਕੰਮ ਕਰਨਾ ਸੀ, ਗੋਰੇ ਲੋਕ ਜਿਨ੍ਹਾਂ ਦੇ ਘਰ ਮੈਂ ਕੰਮ ਕਰਨ ਗਈ ਹਾਂ, ਇਹ ਬੰਦੇ ਦਾ ਉਸੇ ਵੇਲੇ ਮੈਨੂੰ ਫੋਨ ਆਇਆ, ਤੂੰ ਕੰਮ ਤੇ ਪਹੁੰਚ ਗਈ? ਮੈਂ ਕਿਹਾ ਤੁਸੀਂ ਤਾਂ ਮੈਨੂੰ ਇਦਾਂ ਕਹਿੰਦੇ ਸੀ। ਚਲੋ ਇਹਨੇ ਗੱਲ ਉੱਥੋਂ ਗੋਲਮਾਲ ਕਰ ਦਿੱਤੀ, ਮੈਂ ਵੀ ਇੰਨੀ ਕਰਨੀ ਇਹਨਾਂ ਕੀਤੀ। ਫਿਰ ਮੈਂ ਜਦੋਂ ਰਿਲੈਕਸ ਹੋਈ 15-20 ਦਿਨ ਬਾਅਦ, ਵੀ 25 ਦਿਨ ਹੋ ਗਏ ਮੈਕਸਿਮਮ, ਮਹੀਨਾ ਲਾ ਲਓ, ਉਸ ਤੋਂ ਬਾਅਦ ਮੈਂ ਇਹਨੂੰ ਕਾਲ ਕੀਤੀ। ਮੈਂ ਕਿਹਾ ਵੀ ਮੈਂ ਇਹ ਜਿਹੜਾ ਹਾਊਸ ਕੀਪਰ ਦਾ ਕੰਮ ਆ, ਇਹ ਮੈਂ ਕਿੰਨਾ ਚਿਰ ਕਰਨਾ? ਕਹਿੰਦਾ ਮੇਰੀ ਸੁਣ ਧਿਆਨ ਨਾਲ ਗੱਲ, ਇਹ ਬੰਦੇ ਨੇ ਮੈਨੂੰ ਉਦੋਂ ਨਾ ਇਹ ਜਿਹੜੇ ਸਮਾਰਟਫੋਨ ਵਗੈਰਾ ਨਹੀਂ ਸੀ, ਸਿੰਪਲ ਮੇਰਾ ਕੋਲ ਨੋਕੀਆ ਦਾ ਫੋਨ ਸੀ ਛੋਟਾ, ਨਹੀਂ ਤਾਂ ਮੈਂ ਇਹਦੀਆਂ ਰਿਕਾਰਡਿੰਗਾਂ ਕਰਦੀ, ਸਭ ਕੁਝ ਕਰਦੀ, ਤਾਂ ਤੁਹਾਨੂੰ ਅੱਜ ਸੁਣਾਉਣੀ। ਕਿਹੜੇ ਸਾਲ 'ਚ ਤੁਸੀਂ ਗਏ ਸੀ, ਤੁਹਾਨੂੰ ਯਾਦ? ਆਈ ਥਿੰਕ ਮੈਂ 2007 ਦੇ ਵਿੱਚ ਗਈ ਹਾਂ। ਅੱਛਾ। ਪਾਸਪੋਰਟ ਹੈ ਮੇਰੇ ਕੋਲ, ਮੈਂ ਸ਼ੋਅ ਕਰ ਦੂੰਗੀ ਤੁਹਾਨੂੰ, ਪਾਸਪੋਰਟ ਮੇਰਾ ਹੈ। ਜਦੋਂ ਮੈਂ ਉੱਥੇ ਸਾਈਪ੍ਰਸ ਜਿਹੜੀ ਗੱਲ ਹੋਈ, ਮਾਲਕਾ ਕੋ ਪਹੁੰਚ ਗਈ ਹਾਂ, ਸਾਰਾ ਕੁਝ ਹੋ ਗਿਆ ਵਾ। ਉਸ ਤੋਂ ਬਾਅਦ ਮੈਨੂੰ ਕਾਲ ਕੀਤੀ ਹੈ। ਮੈਂ ਕਿਹਾ ਮੈਂ ਕਿੰਨੇ ਕੁ ਦਿਨ ਇੱਥੇ ਰਹਿਣਾ? ਇਹਨੇ ਕਿਹਾ, ਕਹਿੰਦਾ ਤੂੰ ਕਿੱਥੇ ਭੁੱਲੀ ਫਿਰਦੀ ਆ ਵੀ ਮੈਂ ਤੈਨੂੰ ਸਾਈਪ੍ਰਸ ਭੇਜਣ ਲੱਗਾ ਵਾ, ਇਹ ਤੈਨੂੰ ਇੰਗਲੈਂਡ ਲੈ ਕੇ ਜਾਊਂਗਾ। ਇਹ ਬੰਦੇ ਦੀ ਵਰਡਿੰਗ ਰਹੀ। ਕਹਿੰਦਾ ਜੇ ਮੈਂ ਤੈਨੂੰ ਸਾਈਪ੍ਰਸ ਭੇਜਿਆ ਸੀ, ਮੈਂ ਤੈਨੂੰ ਇਸ ਬਿਹਾਵ ਤੇ ਭੇਜਿਆ ਕਿ ਬੜੇ ਪਹਿਲਾਂ ਤੋਂ, ਜਦੋਂ ਅਨਮੈਰਿਡ ਸੀ, ਜਦੋਂ ਸਿਸਟਰ ਨਾਲ ਮੈਰਿਜ ਹੋਈ, ਮੇਰੀ ਪਹਿਲੇ ਹੀ ਤੇਰੇ ਤੇ ਅੱਖ ਸੀਗੀ, ਮੇਰੀ ਪਹਿਲੇ ਹੀ ਤੇਰੇ ਤੇ ਅੱਖ ਸੀ, ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਤੂੰ ਕਹਿੰਦਾ ਮੇਰੀ ਬਸ ਇੱਕ ਗੱਲ ਮੰਨ। ਇਹਨੇ ਮੈਨੂੰ ਬਹੁਤ ਟੌਰਚਰ ਕੀਤਾ, ਬਹੁਤ ਇਦਾਂ ਦੀਆਂ ਗੱਲਾਂ ਕਹੀਆਂ, ਮੈਂ ਤੈਨੂੰ ਬੜਾ ਪਿਆਰ ਕਰਦਾ, ਬੜਾ ਕੁਛ ਕਰਦਾ ਵਾ। ਇੱਥੇ ਵੀ ਕਹਿੰਦਾ ਹੁੰਦਾ ਸੀ। ਅਸੀਂ ਇੱਕਦਮ ਮਤਲਬ ਉਹ ਚੀਜ਼ਾਂ ਨੂੰ ਛੱਡ ਦਿੰਦੇ ਸੀ। ਅਸੀਂ ਕਹਿੰਦੇ ਚਲੋ ਸਿਸਟਰ ਦਾ ਘਰ ਬਸਦਾ, ਠੀਕ ਹੈ ਨਾ, ਕਦੀ ਉਹਨੂੰ ਦੱਸੀਆਂ ਨਹੀਂ ਸੀ, ਦੱਸੀਆਂ ਨਹੀਂ ਸੀ, ਪਹਿਲਾਂ ਨਹੀਂ ਦੱਸਦੇ ਸੀ। ਇਹ ਸਾਈਪ੍ਰਸ ਜਾਣ ਤੋਂ ਪਹਿਲਾਂ ਦੀ ਗੱਲ ਆ, ਨਹੀਂ ਦੱਸਦੇ ਸੀ। ਤੇ ਜਦੋਂ ਮੈਂ ਸਾਈਪ੍ਰਸ ਚਲੇ ਗਈ ਹਾਂ, ਉਹ ਸਾਰੀਆਂ ਗੱਲਾਂ ਹੋਈਆਂ। ਇਹਨੇ ਮੈਨੂੰ ਕਿਹਾ, ਕਹਿੰਦਾ ਮੈਂ ਤੇਰੇ ਨਾਲ ਉੱਥੇ ਵੀ ਵਿਆਹ ਕਰਾਉਣਾ, ਸਾਈਪ੍ਰਸ ਜਾਣ ਦਾ ਤੇਰਾ ਰੀਜ਼ਨ ਇਹ ਹੈਗਾ, ਤੇਰੇ ਨਾਲ ਮੈਂ ਉੱਥੇ ਵੀ ਵਿਆਹ ਕਰਾਉਣਾ, ਇਹਨੂੰ ਵੀ ਇੱਥੇ ਰੱਖਣਾ ਵਾ। ਅੱਛਾ, ਦੋਨਾਂ ਨੂੰ ਰੱਖਣਾ। 6 ਮਹੀਨੇ ਮੈਂ ਉੱਥੇ ਰਿਹਾ ਕਰੂੰਗਾ। ਇਹ ਮੈਨੂੰ ਕਹਿੰਦਾ 6 ਮਹੀਨੇ ਮੈਂ ਤੇਰੇ ਕੋਲ ਰਿਹਾ ਕਰੂੰਗਾ, 6 ਮਹੀਨੇ ਇੱਥੇ ਰਿਹਾ ਕਰੂੰਗਾ। ਇਹ ਬੰਦੇ ਦਾ ਇੰਨਾ ਗੰਦ ਸੁਣ ਕੇ ਮੈਂ ਉਸੇ ਵੇਲੇ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਇਹਨੂੰ ਕਾਲ ਕੀਤੀ, ਮੈਨੂੰ ਚੰਗੀਆਂ ਗਾਲਾਂ ਵਾਲਾ ਫੋਨ ਤੇ ਕੱਢੀਆਂ। ਇਹਦਾ ਜਲੂਸ ਬਹੁਤ ਕੱਢਿਆ ਉਸ ਟਾਈਮ ਵੀ। ਮੈਂ ਕਿਹਾ ਤੂੰ ਦੁਬਾਰਾ ਇੱਥੇ ਫੋਨ ਨਹੀਂ ਕਰਨਾ। ਉਹ ਬਸ ਉਹ ਗੱਲ ਹੋ ਗਈ ਨਾ ਕਿ ਇੰਗਲੈਂਡ ਦਾ ਫਿਰ ਰਫਾ ਦਫਾ ਹੋ ਗਿਆ ਕੰਮ, ਇਹਨੇ ਕਿਤੋਂ ਭੇਜਣਾ ਸੀ। ਫਿਰ ਇਹਨੇ ਮੇਰਾ ਪਿੱਛਾ ਛੱਡ ਦਿੱਤਾ, ਖਤਮ ਕਰਤਾ। ਪਰ ਫਿਰ ਇਹ ਮੇਰੀ ਭੈਣ ਨੂੰ ਬਹੁਤ ਕੁੱਟਦਾ ਮਾਰਦਾ ਰਿਹਾ, ਬੜਾ ਜਲੀਲ ਕਰਦਾ ਰਿਹਾ, ਕਿਉਂਕਿ ਯਾਰੀ ਨਹੀਂ ਨਾ ਮੈਂ ਪਾਈ ਇਹਦੇ ਨਾਲ। ਯਾਰੀ ਜੇ ਤਾਂ ਮੈਂ ਯਾਰੀ ਪਾ ਲੈਂਦੀ ਫਿਰ ਤਾਂ ਮੈਂ ਬਿਲਕੁਲ ਠੀਕ ਸੀ, ਤੇ ਮੈਂ ਯਾਰੀ ਪਾਈ ਨਹੀਂ। ਇਸ ਕਰਕੇ ਮੈਂ ਜਦੋਂ ਫਿਰ ਪੈਸੇ ਪੂਸੇ ਭੇਜਦੀ ਰਹੀ, ਮੈਂ ਕਿਹਾ ਇਹਦੇ ਮੂੰਹ ਤੇ ਮਾਰ 5 ਲੱਖ ਰੁਪਇਆ ਜੇ ਇਹ ਕਹਿੰਦਾ ਵਾ, ਇਹਦੇ ਮੂੰਹ ਤੇ ਮਾਰ। ਮੇਰੀ ਭੈਣ ਜੀ ਇਹਨੂੰ ਪੈਸੇ ਦਿੰਦੀ ਰਹੀ, ਲੱਖ ਦੇ, 50,000 ਦੇ, 20,000 ਦੇ, ਜਾਣੀ ਕਿ ਇਹਨੂੰ ਕਰ ਕਰਕੇ ਅਸੀਂ ਇਹਦੀ ਪਾਈ ਮੋੜ ਦਿੱਤੀ। ਗਲਤੀ ਸਾਡੇ ਕੋਲ ਰਾਜੇ ਕੋ ਇਹ ਹੋ ਗਈ, ਜੇ ਮੈਂ ਪੈਸੇ ਭੇਜਦੀ ਸੀ, ਉਹਦੀਆਂ ਰਸੀਦਾਂ ਹੁੰਦੀਆਂ, ਅੱਜ ਮੈਂ ਤੁਹਾਨੂੰ ਦਿਖਾਣੀ। ਜੇ ਇਹ ਪ੍ਰੂਫ ਕਰ ਸਕਦਾ ਤਾਂ ਇਹ ਪ੍ਰੂਫ ਕਰ ਦੇਵੇ। ਸਾਨੂੰ ਕਿਸੇ ਵੀ ਗੱਲ ਦਾ ਕੋਈ ਵੀ ਡਰ ਨਹੀਂ। ਕਿਉਂਕਿ ਬਾਰ-ਬਾਰ ਲੈਮਰ ਉਹਨੇ ਕਹਿ ਰਹੇ ਕਿ ਮੈਂ ਪੈਸੇ ਇਹਨਾਂ ਤੇ ਲਗਾਏ, ਕਿਉਂਕਿ ਮੈਂ ਪੁੱਛਿਆ ਵੀ ਕਿ ਵਿਆਹ ਤੇ ਤੁਸੀਂ ਪੈਸੇ ਲਗਾਏ, ਉਹ ਤੁਸੀਂ ਪੈਸੇ ਮੰਗਦੇ ਹੋ? ਕਹਿੰਦੇ ਨਹੀਂ, ਮੈਂ ਉਹ ਪੈਸੇ ਨਹੀਂ ਮੰਗਦਾ, ਮੈਂ ਇਹਨਾਂ ਨੂੰ ਵੈਸੇ ਪੈਸੇ ਦਿੱਤੇ ਸੀਗੇ ਔਰ ਇਹਨਾਂ ਨੂੰ ਚਾਹੀਦੇ ਸੀਗੇ ਉਸ ਵੇਲੇ ਜੀ। ਔਰ ਕਹਿੰਦੇ ਕਿ ਕਿਉਂਕਿ ਮੇਰਾ ਵੀ 2 ਸਾਲ ਤੋਂ ਕਹਿੰਦੇ ਕੰਮ ਨਹੀਂ ਚੱਲ ਰਿਹਾ, ਹੁਣ ਅਸੀਂ ਵੀ ਆਪਣਾ ਘਰ ਜਿਹੜਾ ਹੈ ਸਾਂਭਣਾ ਹੈਗਾ, ਇਸ ਲਈ ਮੈਂ ਇਹਨਾਂ ਤੋਂ ਪੈਸੇ ਮੰਗ ਰਿਹਾ। ਔਰ ਉਸ ਦਿਨ ਵੀ ਇਹ ਪੈਸਿਆਂ ਦੀ ਗੱਲ ਤੋਂ ਲੜਾਈ ਹੋਈ ਸੀ। ਉਸ ਦਿਨ ਪੈਸੇ ਦੀ ਗੱਲ ਇੱਕ ਵਾਰ ਵੀ ਹੋਈ ਹੈ? ਬਿਲਕੁਲ ਨਹੀਂ ਹੋਈ। ਉਦੋਂ ਸਿਸਟਰ ਕੋਈ ਪੈਸੇ ਦੀ ਗੱਲ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਸਾਈਪ੍ਰਸ ਦਾ ਮਸਲਾ ਮੈਂ ਤੁਹਾਨੂੰ ਪਹਿਲਾਂ ਦੱਸਦਾ, 5 ਲੱਖ ਲਿਆ ਸੀਗਾ। ਇਹ ਕਹਿੰਦਾ ਨਾ 5 ਲੱਖ, ਅਸੀਂ 5 ਲੱਖ ਮੰਨ ਗਏ ਆ ਰਾਜੇ, ਸਾਨੂੰ ਕੀ ਪਤਾ ਇਹਨੇ ਏਜੰਟ ਨੂੰ ਕਿੰਨਾ ਦਿੱਤਾ, ਅਸੀਂ ਇਹਦੇ ਵਾਪਸ ਕਰ ਦਿੱਤੇ। 5 ਲੱਖ ਕਹਿੰਦਾ, ਅਸੀਂ ਵਾਪਸ ਕਰ ਦਿੱਤੇ ਆ। ਔਰ ਦੂਸਰੀ ਗੱਲ ਹੈ, ਤੁਸੀਂ ਲੜਾਈ ਦਾ ਕੁਐਸਚਨ ਪੁੱਛ ਰਹੇ ਹੋ, ਉਸ ਦਿਨ ਦੀ ਲੜਾਈ ਦਾ ਕੁਐਸਚਨ ਪੁੱਛ ਰਹੇ ਆ। ਐਕਚੁਅਲੀ ਇੱਦਾਂ ਸੀ ਕਿ ਮੈਂ ਆਪਣੇ ਘਰ ਬੈਠੀ ਸੀ, ਮੈਨੂੰ ਆਪਣੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਤੁਸੀਂ ਦੇਖਿਆ ਹੀ ਹੈ ਮੇਰਾ ਘਰ,
ਕਿਸੇ ਚੀਜ਼ ਦੀ ਮੈਨੂੰ ਕੋਈ ਕਮੀ ਨਹੀਂ, ਗੱਡੀਆਂ ਮੇਰੀਆਂ ਖੜੀਆਂ, ਸਭ ਕੁਝ ਮੇਰਾ, ਠੀਕ ਹੈ। ਉਸ ਦਿਨ ਮੈਂ ਆਪਣੇ ਘਰ ਬੈਠੀ ਹਾਂ, ਮੇਰੀ ਛੋਟੀ ਸਿਸਟਰ ਆਈ 15-20 ਦਿਨ ਤੋਂ, ਉਹਦਾ ਟ੍ਰੀਟਮੈਂਟ ਚੱਲ ਰਿਹਾ, ਉਹਨੂੰ ਟਾਈਫਾਇਡ ਵਗੈਰਾ ਸੀਗਾ, ਤੇ ਉਹ ਪਿੰਡ ਦੇ ਵਿੱਚ ਵਿਆਹੀ ਹੋਈ ਹੈ, ਮੋਗੇ ਤੋਂ ਅੱਗੇ ਪਿੰਡ ਆ, ਤੇ ਉਹਦਾ ਅਸੀਂ ਇਲਾਜ ਕਰਵਾਉਣ ਲਈ ਇੱਥੇ ਲੈ ਕੇ ਆਏ ਹੋਏ ਸੀ। ਮੈਂ ਕਿਹਾ ਚਲੋ ਜਲੰਧਰ ਅੱਛੀ ਸਿਟੀ ਹੈ, ਅੱਛੇ ਡਾਕਟਰ ਆ ਇੱਥੇ, ਤੇ ਤੂੰ ਇੱਥੇ ਆ ਕੇ ਮੈਂ ਤੇਰਾ ਇਲਾਜ ਕਰਾਉਣੀ, ਤੂੰ ਇੱਥੇ ਆ ਜਾ। ਇੱਥੇ ਆਈ ਹੈ ਕੁੜੀ, ਮੇਰੇ ਕੋਲ 15 ਕੁ ਦਿਨ ਹੋ ਗਏ ਸਿਸਟਰ। ਅਸੀਂ ਸਿਰਫ ਇਹਦੇ ਘਰ ਇਸੇ ਕਰਕੇ ਨਹੀਂ ਜਾਂਦੇ ਕਿਉਂਕਿ ਇਹਦਾ ਸੁਭਾਅ ਬਹੁਤ ਗੰਦਾ। ਇੱਕ ਤਾਂ ਬੰਦਾ ਉੱਦਾਂ ਬਿਮਾਰ ਹੈ, ਇੱਕ ਇਹਦੀ ਨਿੱਤ ਦੀ ਕਲੇਸ਼, ਬੰਦਾ ਦੇਖ ਕੇ ਜ਼ਿਆਦਾ ਬਿਮਾਰ ਹੁੰਦਾ। ਉਹਨੂੰ ਮੈਂ ਉੱਧਰ ਜਾਣ ਨਹੀਂ ਦਿੰਦੀ, ਇਹ ਕਹਿੰਦਾ ਨਾ ਉੱਧਰ ਵੜਦੀਆਂ ਨਹੀਂ, ਮੈਂ ਜਾਣ ਨਹੀਂ ਦਿੰਦੀ ਸਿਸਟਰ। ਮੈਂ ਕਹਿੰਦੀ ਜਿਹੜਾ ਰਿਸ਼ਤੇਦਾਰ ਆਉਂਦਾ ਮੇਰੇ ਕੋਲ ਰਹੋ। ਆਪਣੀ ਭੈਣ ਨੂੰ ਮੈਂ ਬੁਲਾ ਲੈਣੀ ਫੋਨ ਕਰਕੇ, ਤੂੰ ਮਿਲ ਜਾ ਸਾਨੂੰ, ਹਾਂ ਅਸੀਂ ਤੇਰੇ ਕੋ ਨਹੀਂ ਉੱਧਰ ਜਾਣਾ, ਤੂੰ ਮਿਲ ਜਾ, ਠੀਕ ਹੈ। ਬੜੀ ਹਾਲਤ ਜਦੋਂ ਰੋਂਦੀ ਕਰਲਾਉਂਦੀ ਹੈ ਵੀ ਤੁਸੀਂ ਵੀ 10 ਮਿੰਟ ਆ ਜਾਇਆ ਕਰੋ, ਬੱਚੇ ਵੀ ਯਾਦ ਕਰਦੇ ਆ। ਉਹ ਤਾਂ ਕਰੂਰ ਬੰਦਾ, ਉਹ ਤਾਂ ਜਾਣ ਨਹੀਂ ਦਿੰਦਾ ਬੱਚਿਆਂ ਨੂੰ ਵੀ ਤੁਸੀਂ 10 ਮਿੰਟ ਮਿਲ ਲਓ, ਫੇਰ ਅਸੀਂ ਜਾਈਦਾ। ਉਸ ਦਿਨ ਵੀ ਤੁਸੀਂ ਅਦਰਵਾਈਜ਼ ਉਸ ਦਿਨ ਵੀ ਮੈਂ ਗਈ, ਮੇਰੀ ਇਹਦੀ ਲੈਂਬਰ ਜੀ ਦੀ ਬੇਟੀ ਆ ਏਕ ਨੂਰ, 13-14 ਸਾਲ ਦੀ ਕੁੜੀ ਆ। ਉਹ ਗੁੜੀਆ ਨੇ ਮੈਨੂੰ ਫੋਨ ਕੀਤਾ ਦੁਪਹਿਰ ਦੇ ਟਾਈਮ, ਮੇਰੀ ਸਿਸਟਰ ਛੋਟੀ, ਇਹਦੇ ਹਸਬੈਂਡ ਨੇ ਨਾ ਫਰਾਈਡੇ ਨੂੰ ਆਉਣਾ ਸੀਗਾ ਇਹਨੂੰ ਲੈਣ, ਵੀ ਠੀਕ ਹੋ ਗਈ ਆ ਹੁਣ, ਇੱਥੋਂ ਇਲਾਜ ਚੱਲਦਾ, ਉਹਦੇ ਕੋਲ ਸਾਰੀਆਂ ਰਿਪੋਰਟਾਂ ਵਾ, ਜਦੋਂ ਉਹਦਾ ਇਲਾਜ ਕਰਵਾ ਰਹੀ ਹੈ ਇੱਥੋਂ, ਅੱਛਾ ਮਤਲਬ ਉਹਦਾ ਟ੍ਰੀਟਮੈਂਟ ਕਰਵਾਇਆ, ਹੁਣ ਉਹ ਠੀਕ ਸੀ। ਹੁਣ ਉਹ ਕਹਿ ਰਹੀ ਸੀ ਮੈਂ ਵਾਪਸ ਜਾਣਾ, ਵੀ ਕਾਫੀ ਦੇਰ ਹੋ ਗਈ, ਬੱਚੇ ਦੀ ਸਟੱਡੀ ਵੀ ਖਰਾਬ ਹੁੰਦੀ, ਆਨਲਾਈਨ ਕਲਾਸਿਸ ਲੱਗ ਰਹੀਆਂ। ਮੈਂ ਕਿਹਾ ਠੀਕ ਹੈ ਰਾਜੇ, ਤੇ ਉਹਨੇ ਫਰਾਈਡੇ ਨੂੰ ਜਾਣਾ ਸੀ, ਉਹਦੇ ਹਸਬੈਂਡ ਨੇ ਆਉਣਾ ਸੀ, ਤੇ ਮੈਂ ਕਹਿੰਦੀ ਮੈਂ ਉਧਰ ਮਿਲਿਆ ਵਾਂ, ਇੱਕ ਅੱਧਾ ਦਿਨ ਮਿਲਿਆ ਵਾਂ, ਬੇਸ਼ੱਕੀ ਬਹਿਮੀ ਬੰਦਾ ਵਾ, ਉਹਨੇ ਫੇਰ ਕਹਿਣਾ ਵੀ ਇੱਧਰ ਬੜੀ ਐਲੀਗੇਸ਼ਨ ਲਾਉਂਦਾ ਵੀ ਉਹ ਉਧਰ ਇੰਨੇ ਦਿਨ ਰਹੀ ਆ, ਸਾਨੂੰ ਨਹੀਂ ਮਿਲ ਕੇ ਗਈ, ਵੀ ਜੀ ਹਜ਼ੂਰੀ ਬਹੁਤ ਚਾਹੁੰਦਾ ਆਪਣੀ, ਵੀ ਸਾਨੂੰ ਵੀ ਮਿਲ ਕੇ ਜਾਵੇ, ਮੇਰੇ ਗੋਡੇ ਗਿੱਟੇ ਟੇਕ ਕੇ ਜਾਵੇ, ਅੱਛਾ ਜੀਜਾ ਜੀ ਮੈਂ ਚੱਲੀ ਆ, ਇੱਦਾਂ ਦੀਆਂ ਗੱਲਾਂ ਚਾਹੁੰਦਾ ਇਹ ਬੰਦਾ। ਤੇ ਉਹ ਵਿਚਾਰੀ ਡਰਦੀ, ਮੈਂ ਕਿਹਾ ਚੱਲ ਉਹਨੂੰ ਵੀ ਮਿਲਿਆ, ਮੈਂ ਕਿਹਾ 10 ਮਿੰਟ ਮਿਲ ਕੇ ਆ ਜਾਈਂ, ਮੈਂ ਇਹੀ ਰਾਜੇ ਗੱਲ ਕਹੀ ਹੈ, ਮੈਂ ਕਿਹਾ ਤੂੰ ਮਿਲ ਕੇ ਆ ਜਾਈਂ। ਉਹ ਇੱਧਰੋਂ ਚ ਗਈ ਆ, ਆਪਣੇ 2 ਬੱਚੇ ਉਹਦੇ ਛੋਟੇ, ਮੈਂ ਗਈ ਆ ਉੱਧਰ ਮਿਲਣ ਗਈ ਆ, ਚਲੇ ਗਈ। ਮੈਂ ਆਪਣੇ ਘਰ ਸੀਗੀ, ਹਸਬੈਂਡ ਆ ਮੇਰੀ ਗੁੜੀਆ 5 ਸਾਲ ਦੀ, ਤੇ ਮੇਰੇ ਹਸਬੈਂਡ ਸਮਾਂ ਕਵੇ ਕਹਿੰਦੇ ਤੂੰ ਵੀ ਚੱਲ ਜਾਣਾ ਸੀ, ਵੀ ਟਾਈਮ ਪਾਸ ਹੋ ਜਾਂਦਾ ਤੁਹਾਡਾ। ਮੈਂ ਕਿਹਾ ਤੁਹਾਨੂੰ ਪਤਾ ਗੰਦੇ ਬੰਦੇ ਦਾ ਉਹਦੇ ਦਾ, ਤਾਂ ਮੈਂ ਕਿਹਾ ਮੈਂ ਨਹੀਂ ਉੱਧਰ ਜਾਣਾ। ਕਹਿੰਦੇ 10 ਮਿੰਟ ਜਾਇਆ, ਮੈਂ ਤਾਂ ਵੀ ਨਹੀਂ ਕੋਈ ਗੌਰ ਕੀਤੀ। ਮੈਂ ਕਿਹਾ ਮੈਂ ਜਾਣਾ ਨਹੀਂ, ਅਸੀਂ ਆਪਣਾ ਏਸੀ ਚਲਾ ਕੇ ਮਾਵਾਂ ਧੀਆਂ ਦੋਨੇ ਪੈ ਗਈਆਂ, ਅਸੀਂ ਆਪਣੀ ਗੇਮਸ ਵਗੈਰਾ ਖੇਡਦੀਆਂ। ਇਹਦੀ ਬੇਟੀ ਦਾ, ਲੈਂਬਰ ਦੀ ਬੇਟੀ ਦਾ ਫੋਨ ਆਇਆ, ਲੈਂਬਰ ਦੀ ਬੇਟੀ ਦਾ ਫੋਨ ਆਇਆ ਕਿ ਮਾਸੀ ਜੀ ਮੈਂ ਡੋਨਟ ਵਗੈਰਾ ਬਣਾਏ ਹੋਏ ਆ, ਮੈਂ ਕੇਕ ਬਣਾਇਆ ਹੋਇਆ, ਤੇ ਤੁਸੀਂ ਆ ਜਾਓ। ਮੇਰੀ ਬੇਟੀ 5 ਸਾਲ ਦੀ ਹੈ, ਵੀ ਅੰਮ੍ਰਿਤ ਵੀ ਆ ਜਾਏਗੀ, ਅੱਛਾ ਚਲੋ ਸਾਰੇ ਬੱਚੇ ਇਕੱਠੇ ਹੋ ਜਾਣਗੇ, ਇੰਜੋਏ ਕਰਾਂਗੇ। ਮੈਂ ਕਿਹਾ ਠੀਕ ਹੈ ਬੇਟੇ। ਬੱਚਾ ਜਦੋਂ ਇੰਨੀ ਤਕੀਦ ਕਰੀ ਜਾਵੇ ਤਾਂ ਮੈਂ ਕਿਹਾ ਬੇਟੇ ਕੋਈ ਨਹੀਂ, ਮੈਂ ਚੱਲ ਆ ਜਾਂਦੀ 10 ਮਿੰਟ। ਹਜੇ ਰਾਜੇ ਮੈਂ ਗਈ ਹਾਂ ਇਹਨਾਂ ਦੇ ਘਰ, ਬੈਠੇ ਆ ਅਸੀਂ ਬੈੱਡ ਤੇ ਜਾ ਕੇ ਬੈਠੀਆਂ, ਤੁਸੀਂ CCTV ਫੁਟੇਜ ਚੈੱਕ ਕਰੋ। ਇਹ ਕਹਿੰਦਾ ਨਾ ਹਾਰਡ ਡਰਾਈਵ ਖਰਾਬ, ਫਲਾਨਾ ਖਰਾਬ, ਉਹ ਸਭ ਪ੍ਰੂਫ ਮਿਲਣਗੇ, ਤੁਸੀਂ ਚੈੱਕ ਕਰਨਾ ਹਰ ਇੱਕ ਚੀਜ਼। ਅਸੀਂ ਗਏ ਆ, ਮੈਂ ਸਿੱਧੀ ਬੈਡਰੂਮ 'ਚ ਚਲੇ ਗਈ, ਦੀਦੀ ਬੈਠੀ ਹੈ, ਅਸੀਂ ਚਾਹ ਪੀਤੀ ਹੈ, ਦੋਨਾਂ ਭੈਣਾਂ ਨੇ, 3 ਭੈਣਾਂ ਬੈਠੀਆਂ ਸੀ, ਚਾਹ ਪੀਤੀ ਹੈ। ਇੰਨੇ ਨੂੰ ਬਾਹਰ ਹਵਾ ਚੱਲਣ ਲੱਗ ਪਈ, ਹਨੇਰੀ ਆ ਗਈ, ਬੜਾ ਹਵਾ ਬਹੁਤ ਅੱਛੀ ਚੱਲਦੀ ਸੀ। ਅਸੀਂ ਕਿਹਾ ਅੰਦਰ ਬਾਹਰ ਜਾ ਕੇ ਬੈਠਦੇ, ਨੈਚੁਰਲ ਹਵਾ ਲੈਂਦੇ ਹਾਂ, ਬਾਹਰ ਬੈਠਦੇ। ਅਸੀਂ ਬਾਹਰ ਗਈਆਂ ਰਾਜ, ਬਾਹਰ ਬੈਠੀਆਂ, ਸਾਰੇ ਬੱਚੇ ਵੀ ਸਾਡੇ ਉੱਥੇ ਖੇਡਦੇ, ਅਸੀਂ ਵੀ ਬੈਠੀਆਂ। ਇੰਨੇ ਨੂੰ ਤੇ ਸਾਹਮਣੇ ਦੀ ਕੋਠੀ ਹੈ ਨਾ ਇਹਨਾਂ ਦੀ, ਆਪੋਜ਼ਿਟ ਲੈਂਬਰ, ਜਿੱਥੇ ਦੀ ਲੈਂਬਰ ਦੀ ਰਿਹਾਇਸ਼ ਆ ਉਹਦੇ ਸਾਹਮਣੇ ਕੋਠੀ ਹੈ, ਤੇ ਉਹ ਕੋਠੀ ਦੇ ਵਿੱਚ ਨਾ ਇਹਨਾਂ ਦੀ ਵਿੰਡੋ ਖੁੱਲੀ ਸੀ, ਉੱਪਰੋਂ ਹਵਾ ਬਹੁਤ ਚੱਲਦੀ ਸੀ, ਵਿੰਡੋ ਝੂਲਦੀ ਪਈ ਸੀ। ਮੈਂ ਦੀਦੀ ਨੂੰ ਕਿਹਾ, ਮੈਂ ਕਿਹਾ ਵਿੰਡੋ ਖੁੱਲੀ ਆ, ਵੀ ਬੰਦ ਕਰ ਦੇਣੀ ਸੀ। ਰੋਜ਼ ਤਾਂ ਨਿੱਤ ਦਾ ਸ਼ਰਾਬੀ ਬੰਦਾ, ਨਿੱਤ ਸ਼ਰਾਬ ਪੀ ਕੇ ਤੁਹਾਨੂੰ ਕੁੱਟਦਾ, ਮਾਰਦਾ, ਗਾਲਾਂ ਕੱਢਦਾ। ਮੈਂ ਕਿਹਾ ਅੱਜ ਵੀ ਕੋਈ ਪ੍ਰੋਬਲਮ ਕ੍ਰੀਏਟ ਕਰੂਗਾ, ਤੁਸੀਂ ਖਿੜਕੀ ਤਾਂ ਬੰਦ ਕਰ ਦਿੰਦੇ। ਤੇ ਮੈਂ ਕਿਹਾ ਇਹ ਖਿੜਕੀ ਖੋਲ ਕੇ ਕੌਣ ਆਇਆ, ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਸੀ। ਮੈਂ ਕਿਹਾ ਖਿੜਕੀ ਖੋਲ ਕੇ ਕੌਣ ਆਇਆ? ਕਹਿੰਦੀ ਸਵੇਰੇ ਇਹਨੇ ਲੋਕ ਖੋਲ੍ਹਿਆ ਸੀ, ਲੈਂਬਰ ਨੇ ਲੋਕ ਖੋਲ੍ਹਿਆ ਸੀ, ਵੀ ਘਰ ਦੀ ਸਫਾਈ ਕਰੋ ਕੋਠੀ ਦੀ, ਵੀ ਕਿਸੇ ਨੇ ਰੈਂਟ 'ਤੇ ਮਕਾਨ ਲੈਣ ਆਉਣਾ ਵਾ। ਕਿਉਂਕਿ ਇਹਨੇ ਬਹੁਤ ਸਾਰੇ ਪ੍ਰੋਪਰਟੀ ਡੀਲਰਾਂ ਨੂੰ ਕਹਿ ਚੁੱਕੇ ਆ ਪਹਿਲਾਂ ਵੀ ਰੈਂਟ 'ਤੇ ਚਾੜਦਾ ਆਇਆ, ਇਹਦਾ ਬਿਜ਼ਨਸ ਆ ਜੀ, ਰੈਂਟ 'ਤੇ ਚਾੜਦਾ। ਮੈਂ ਵੀ ਉਹ ਕੋਠੀ 'ਚ ਰਹਿ ਕੇ ਆਈ ਹਾਂ, ਮੈਂ ਵੀ 2-3 ਸਾਲ ਉੱਥੇ ਰਹਿ ਕੇ ਆਈ ਉਹ ਕੋਠੀ 'ਚ। ਮੇਰੇ ਕੋਲ ਵੀ ਇਹ 12,000 ਕਿਰਾਇਆ ਚਾਰਜ ਕਰਦਾ ਰਿਹਾ, ਪਹਿਲਾਂ 7 ਲੈਂਦਾ ਸੀ, ਫਿਰ 10 'ਤੇ ਆ ਗਿਆ, ਫਿਰ 12, ਠੀਕ ਹੈ। ਅਸੀਂ ਕਿਰਾਇਆ ਦਿੰਦੇ ਰਹੇ, ਸਭ ਕੁਝ ਸਾਡੇ ਕੋਲ ਸਭ ਕੁਝ ਪਿਆ, ਠੀਕ ਹੈ। ਇੰਨੀ ਗੱਲ ਹੋਈ ਆ, ਤੇ ਮੈਂ ਕਿਹਾ ਵੀ ਤੁਸੀਂ ਬੰਦ ਕਰੋ, ਵਿੰਡੋ ਬੰਦ ਕਰੋ। ਤੇ ਕਹਿੰਦੀ ਸਵੇਰੇ ਅਸੀਂ ਸਫਾਈ ਉੱਧਰ ਕਰਕੇ ਆਏ ਸੀ, ਵੀ ਇਹਨੇ ਆਪ ਲੋਕ ਖੋਲ੍ਹਿਆ ਵੀ ਕਿਸੇ ਨੇ ਕਿਰਾਏਦਾਰ ਨੇ ਆਉਣਾ ਜਾਂ ਕਿੱਦਾਂ। ਮੈਂ ਕਿਹਾ ਚਲੋ ਤੁਹਾਡੇ 'ਤੇ ਐਲੀਗੇਸ਼ਨ ਲਾਉਂਦਾ ਹੁੰਦਾ, ਤੁਸੀਂ ਵਿੰਡੋ ਬੰਦ ਕਰਿਓ। ਇਹ ਰਾਜੇ ਗੱਲ ਹੋਈ ਆ, ਇਹ ਵਿੰਡੋ ਬੰਦ ਕਰਨਗੇ, ਵਿਚਾਰੀ ਲੋਕ ਖੋਲ੍ਹਿਆ ਵਾ, ਤੁਸੀਂ CCTV ਫੁਟੇਜ 'ਚ ਦੇਖਿਓ, ਲੋਕ ਖੋਲ੍ਹਦੀ ਪਈ ਹੈ, ਬੱਚੇ ਨਾਲ ਆ, ਅਸੀਂ ਬੈਠੀਆਂ ਵਾ। ਇਹ ਗਏ ਅੰਦਰ, ਬੱਚੇ ਵੀ ਸੀ ਨਾਲ, ਸਭ ਬੱਚਿਆਂ ਨੂੰ ਦਬਕਾ ਮਾਰਾ। ਮੈਂ ਕਿਹਾ ਬੱਚੇ ਕੋਵਿਡ ਦਾ ਟਾਈਮ, ਤੁਸੀਂ ਇੱਧਰ ਆਓ, ਤੁਸੀਂ ਅੰਦਰ ਕਿੱਥੇ ਘੁਸੀ ਜਾਂਦੇ ਉੱਧਰ ਸਾਰੇ, ਵੀ ਬੰਦ ਕੋਠੀ 'ਚ ਮਾਸੀ ਨੂੰ ਜਾਣ ਦਿਓ।
ਉਨੀ ਦਿਨ ਨੂੰ ਉਹ ਬੰਦੇ ਆ ਗਏ ਆ ਜਿਨ੍ਹਾਂ ਨੇ ਕਿਰਾਏ ਤੇ ਲੈਣਾ ਸੀ। ਇੱਕ ਦੋ ਉਹਨਾਂ ਦੇ ਸਰਦਾਰ ਜੀ ਸੀ, ਦੋ ਉਹਨਾਂ ਦੇ ਬੇਟੇ ਸੀ ਤੇ ਇੱਕ ਉਹਨਾਂ ਦੀ ਮਿਸਿਸ ਸੀ, ਜਾਣੀ ਕਿ ਪੂਰੀ ਫੈਮਿਲੀ ਸੀ। ਉਹ ਆਏ, ਉਹਨਾਂ ਨੇ ਅੱਛੀ ਗੱਲਬਾਤ ਕੀਤੀ ਹੈ। ਨਾਲ ਇੱਕ ਮੁੰਡਾ ਸੀ ਦਿਖਾਣ ਲਈ ਆਇਆ। ਅਸੀਂ ਉਹਨੂੰ ਪੁੱਛਿਆ, ਕੋਈ ਐਡਾ ਬੇਵਕੂਫ ਨਹੀਂ ਹੁੰਦਾ ਰਾਜੇ ਜਿਹੜਾ ਸਿੱਧਾ ਬੰਦਿਆਂ ਨੂੰ ਅੰਦਰ ਵਾੜ ਲੈਂਦਾ, ਕੋਈ ਬੇਵਕੂਫ ਨਹੀਂ ਹੁੰਦਾ, ਇੰਨਾ ਪੜ੍ਹੇ ਲਿਖੇ ਬੰਦੇ ਆ, ਸਾਨੂੰ ਸਭ ਪਤਾ। ਇਹ ਕਹਿੰਦਾ ਨਾ ਬਈ ਇਹਨਾਂ ਨੂੰ ਪਤਾ ਹੋਣੇ ਚਾਹੀਦਾ, ਮੈਂ ਇਹਨਾਂ ਦੀ ਪ੍ਰੋਟੈਕਸ਼ਨ ਲਈ ਕੀਤਾ, ਕੋਈ ਚੋਰ ਆ ਜਾਂਦਾ ਕੁਛ ਖੋਲ ਕੇ ਲੈ ਜਾਂਦਾ, ਤੁਹਾਡੇ ਹੱਥੀ ਪਾਈ ਹੋ ਜਾਂਦਾ। ਅਸੀਂ ਐਡੇ ਬੇਵਕੂਫ ਬੰਦੇ ਨਹੀਂ ਹੈਗੇ। ਮੇਰੀ ਵੀ 32 ਈਅਰ ਹੋ ਗਈ, ਏਜ ਹੋ ਗਈ ਹੈ ਮੇਰੀ, ਸਾਰਾ ਪਤਾ ਸਾਨੂੰ। ਜੋ ਇਹ ਜਾਣਦਾ ਉਹ ਚੀਜ਼ਾਂ ਸਾਨੂੰ ਵੀ ਪਤਾ ਵਾ, ਠੀਕ ਹੈ। ਇੰਨੀ ਗੱਲ ਹੋਈ ਆ, ਉਹ ਕਹਿੰਦਾ, ਅਸੀਂ ਕਿਹਾ ਵੀ ਤੂੰ ਕਿੱਥੋਂ ਆਇਆ ਰਾਜੇ, ਵੀ ਕਿਹਨੇ ਭੇਜਿਆ ਤੈਨੂੰ? ਕਹਿੰਦਾ ਮੈਨੂੰ ਧਵਨ ਨੇ ਭੇਜਿਆ, ਧਵਨ ਪ੍ਰੋਪਰਟੀ ਡੀਲਰ ਨੇ ਭੇਜਿਆ, ਵੀ ਕੋਠੀ ਤੁਹਾਡੀ ਉਹਨੇ ਦੱਸਿਆ। ਇਹ ਕਿਹਾ ਠੀਕ ਹੈ। ਇੰਨੀ ਗੱਲ ਹੋਈ ਹੈ, ਇਹਨੇ ਕਿਹਾ ਹੋਊਗਾ ਧਵਨ ਨੂੰ ਤਾਂ ਆਏ ਬੰਦੇ ਹੋ, ਠੀਕ ਹੈ ਜੀ, ਇਹ ਗੱਲ ਤੁਸੀਂ ਮੁੱਦਾ ਰੱਖੋ। ਇਹਨੇ ਉਹਨੂੰ ਕਿਹਾ ਹੋਊਗਾ ਧਵਨ ਨੂੰ ਤਾਂ ਆਏ ਪ੍ਰੋਪਰਟੀ ਡੀਲਰ ਨੂੰ। ਅਸੀਂ ਇੰਨੀ ਗੱਲ ਹੋਈ ਆ, ਉਹ ਕੋਠੀ ਦੇਖਣ ਲੱਗ ਪਿਆ ਰਾਜੇ। ਅਸੀਂ ਕਿਹਾ ਚਲੋ ਕੋਠੀ ਦਿਖਾ ਦਿਓ। ਕੋਠੀ ਦੇਖੀ ਹੈ, ਕੋਠੀ ਅੰਦਰ ਬਾਹਰ ਸਾਰੀ ਦੇਖੀ ਹੈ। ਜਦੋਂ ਦੇਖ ਲਈ ਉਹਨਾਂ ਨੇ ਤਾਂ ਰੈਂਟ ਦੀ ਗੱਲ ਹੋਈ ਹੈ। ਅਸੀਂ ਕਿਹਾ 12,000 ਰੈਂਟ, ਅਸੀਂ ਕਿਹਾ 12,000। ਬਾਕੀ ਗੱਲ ਉਹਦੇ ਤੇ ਮੁੱਕਣੀ ਹੈ ਜੋ ਕਹਿੰਦੇ ਆ, ਕਿਉਂਕਿ 12,000 ਉਹ ਸਾਰੇ ਕੋਲ ਲੈਂਦਾ ਰਿਹਾ ਤੇ ਉਹਨੇ ਹੁਣ ਪਤਾ ਨਹੀਂ ਕਿੰਨੇ ਦੀ ਦੇਣੀ ਹੈ, ਉਹਦੀ ਚੀਜ਼ ਆ, ਉਹਨੂੰ ਹੀ ਪਤਾ। ਇੰਨੀ ਗੱਲ ਹੋਈ ਰਾਜੇ। ਉਹ ਦੇਖਦੇ ਦੇਖਦੇ ਇਹਦਾ ਆ ਗਈ ਕਾਲ, ਆ ਗਈ ਬੇਟੀ ਨੂੰ। ਪਹਿਲਾਂ ਮਾਂ ਨੂੰ ਵੀ ਕੀਤਾ, ਮਾਂ ਨੇ ਵੀ ਗੱਲ ਕੀਤੀ, ਉਹਨੂੰ ਵੀ ਜਾਣੀ ਕਿ ਬੋਲਣ ਲੱਗ ਪਿਆ, ਕਈ ਕੁਛ ਰੋਣ ਲੱਗ ਪਈ। ਜਿੱਦਾਂ ਉਹਨਾਂ ਦੇ ਸਾਹਮਣੇ, ਤਾਂ ਕਿਸੇ ਦੇ ਸਾਹਮਣੇ ਹੁਣ ਆਪਾਂ ਦੁੱਖ ਕਿੱਦਾਂ ਬੰਦਾ ਬਿਆਨ ਕਰਦਾ ਵਾ। ਵਿਚਾਰੀ ਅੱਖਾਂ ਉੱਖਾਂ ਸਾਫ਼ ਕਰਦੀ, ਸਾਨੂੰ ਪਤਾ ਲੱਗ ਗਿਆ ਉਦੋਂ ਹੀ ਬੇ ਦਾ ਫੋਨ ਆ ਗਿਆ। ਫਿਰ ਬੇਟੀ ਨੂੰ ਫੋਨ ਆ ਗਿਆ, ਕਹਿੰਦਾ ਇਹ ਜਿਹੜੇ ਹੁਣ ਕੋਠੀ ਲੈਣ ਆਏ ਨਾ, ਤੇਰੀ ਮਾਸੀ ਦਾ ਤਾਂ ਤੇਰੀ ਮਾਂ ਦਾ ਯਾਰ ਆ। ਇਹ ਬੰਦੇ ਨੇ ਇਹ ਚੀਜ਼ਾਂ ਕਹੀਆਂ ਆਪਣੀ ਬੇਟੀ ਨੂੰ, ਤੇਰੀ ਮਾਸੀ ਦਾ ਤਾਂ ਇਹ ਮਿਲੀ ਭਗਤ ਆ, ਤੁਹਾਡਾ ਯਾਰ ਆਉਣਾ, ਤੇਰੀ ਮਾਸੀ ਦਾ ਤੇ ਤੇਰੀ ਮਾਂ ਦਾ ਇਹ ਕੋਠੀ ਦੇ ਵਿੱਚ। ਕੁੜੀ ਵੀ ਵਿਚਾਰੀ ਥਰ ਥਰ ਕੰਬੇ। ਤੇ ਅਸੀਂ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਭੇਜਿਆ। ਮੈਂ ਕਿਹਾ ਜਿੱਦਾਂ ਵੀ ਗੱਲ ਉਹਨਾਂ ਨਾਲ ਕਰਿਓ ਤੁਸੀਂ। ਚਲੇ ਗਏ। ਅਸੀਂ ਅੰਦਰ ਆਏ ਹਾਂ, ਕੁੜੀ ਇਹਦੀ ਬੇਹੋਸ਼ ਹੋ ਕੇ ਵੀ ਡਿੱਗ ਗਈ ਹੈ। ਉਹਨੇ ਵਿੱਚੋਂ ਹੀ ਬਾਥਰੂਮ ਕਰ ਦਿੱਤਾ ਕੁੜੀ ਨੇ। ਕੁੜੀ ਬੜੀ ਘਬਰਾਈ ਹੋਈ ਸੀ ਵੀ ਅੱਜ ਇਹਨਾਂ ਨੇ ਆਉਣਾ ਵਾ, ਪਿਓ ਨੇ ਆਉਣਾ ਮੇਰੇ ਨੇ, ਪਤਾ ਨਹੀਂ ਕੀ ਕਰਨਾ। ਕਿਉਂਕਿ ਕੁੜੀ ਨੂੰ ਕਹਿ ਚੁੱਕਾ ਸੀ ਆਪਣੀਆਂ ਮਾਸੀਆਂ ਨੂੰ ਇੱਥੇ ਰੱਖੀ, ਅੱਜ ਮੈਂ ਇਹਨਾਂ ਦੀ ਖਬਰ ਲੈਣਾ। ਗਾਲਾਂ ਕੱਢਦਾ ਸੀ, ਬਹੁਤ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ, ਕੁੜੀ ਸਾਹਮਣੇ ਕੱਢਦਾ ਸੀ। ਕੁੜੀ ਤਦੇ ਡਰਦੀ ਹੈ, ਕੁੜੀ ਤਦੇ ਹੀ ਤੇ ਐਲੀਗੇਸ਼ਨ ਲਾਉਂਦੀ ਹੈ। ਕਿਉਂ ਲਾਉਂਦੀ ਹੈ? ਉਹ ਸੱਚ ਆ ਸਾਰਾ। ਉਹ ਕੁੜੀ ਅੱਖੀ ਦੇਖਦੀ ਹੈ ਤੇ ਕੰਨੀ ਸੁਣਦੀ ਹੈ। ਜਦੋਂ ਇਹ ਗੱਲ ਹੋਈ ਆ ਤੇ ਕੁੜੀ ਵੀ ਡਰਨ ਲੱਗ ਪਈ, ਮਾਸੀ ਅੱਜ ਕਿਤੇ ਜਾਈਓ ਨਾ। ਕੁੜੀ ਮੇਰੇ ਪੈਰੀ ਪੈ ਗਈ। ਇੱਕ ਬੱਚਾ 13-14 ਸਾਲ ਦਾ ਜਦੋਂ ਤੁਹਾਡੇ ਪੈਰੀ ਪੈ ਜਾਂਦਾ ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ? ਕਹਿੰਦੀ ਮਾਸੀ ਜਾਈਓ ਨਾ ਅੱਜ। ਮੈਂ ਕਿਹਾ ਕੋਈ ਨਹੀਂ ਬੇਟੇ, ਇਹਦਾ ਤਾਂ ਰੋਜ਼ ਦਾ ਹੀ ਕੰਮ ਆ। ਅਸੀਂ ਰਾਜੇ ਇਹ ਸੋਚ ਕੇ ਨਹੀਂ ਬੈਠੇ ਸੀਗੇ ਬੇ ਆਊਗਾ, ਬੇ ਇੰਨਾ ਕੁਛ ਹੋ ਜਾਊਗਾ, ਇੰਨੀ ਗੱਲ ਵਧੂਗੀ। ਮੈਂ ਕਿਹਾ ਅੱਜ ਵੀ 2-4 ਮਾਰੂਗਾ, ਅੱਜ ਆਪਣੀ ਜਨਾਨੀ ਨੂੰ ਮਾਰੂਗਾ, ਸਾਨੂੰ ਗਾਲਾਂ ਕੱਢ ਦਊਗਾ, ਸਾਡੇ ਵੀ ਹੱਥੀ ਪੈ ਜਾਊਗਾ, ਇੱਕ ਅੱਧੀ ਮਾਰ ਦਊਗਾ ਤਾਂ ਕੋਈ ਨਹੀਂ। ਤੁਹਾਨੂੰ ਪਹਿਲੇ ਵੀ ਮਾਰਦੇ ਰਹੇ? ਜਦੋਂ ਇਹ ਗੱਲ ਹੋਈ ਆ, ਚੱਲ ਵੇ ਇੰਨੀ ਗੱਲ ਬੈਠ ਗਈਆਂ। ਸਿਰਫ ਕੁੜੀ ਦੇ ਮੂੰਹ ਨੂੰ, ਮੈਂ ਆਪਣੀ ਭੈਣ ਦੇ ਮੂੰਹ ਨੂੰ ਨਹੀਂ ਬੈਠੀ, ਕਿਉਂਕਿ ਇਹਨਾਂ ਦਾ ਤਾਂ ਨਿੱਤ ਦਾ ਕੰਮ ਆ, ਨਿੱਤ ਕੰਮ ਕਰਦੇ। ਸਾਡੀ ਰੋਟੀ ਇਹਨਾਂ ਨੇ ਖਾਣੀ ਹਰਾਮ ਕੀਤੀ ਹੋਈ ਹੈ, ਰੋਟੀ ਖਾਣੀ ਆਰਾਮ ਕੀਤੀ ਹੈ। ਜਦੋਂ ਵੀ ਕੋਈ ਗੱਲ ਹੋਵੇ, ਮੈਂ ਤਾਂ ਹੁਣ ਇਹਦਾ ਫੋਨ ਕੁੱਤੇ ਦਾ ਚੱਕਦੀ ਨਹੀਂ। ਮੈਂ ਤਾਂ ਇਹ ਲੈਂਬਰ ਸੈਨਪੁਰੀ ਦਾ ਫੋਨ ਚੱਕਦੀ ਨਹੀਂ ਹੈਗੀ, ਕਿਉਂਕਿ ਮੇਰੇ ਹਸਬੈਂਡ ਨੇ ਮਨਾ ਕੀਤਾ ਜੀ। ਮੈਨੂੰ ਹਮੇਸ਼ਾ ਫੋਨ ਕਰਦਾ, ਗਾਲੀ ਗਲੋਚ ਕਰਦਾ, ਮਾਮਾ ਧੀਆਂ ਦੀਆਂ ਗਾਲਾਂ ਕੱਢਦਾ, ਮੇਰੀ ਬੇਟੀ ਨੂੰ ਗਾਲਾਂ ਕੱਢਦਾ ਵਾ, ਬਹੁਤ ਕੁਝ ਕਹਿੰਦਾ। ਮੇਰੀ ਬੇਟੀ 5 ਸਾਲ ਦੀ ਹੈ ਜੀ, ਬੱਚਾ ਵਾ, ਉਹਨੂੰ ਵੀ ਗਾਲਾਂ ਕੱਢਦਾ, ਹਰਾਮ ਦੀ ਆ, ਫਲਾਨੀ ਆ, ਬਹੁਤ ਕੁਝ ਇਹ ਕਹਿੰਦਾ। ਇਹ ਇੰਨਾ ਗੰਦਾ ਗਿਰਾ ਹੋਇਆ ਬੰਦਾ। ਤੇ ਜਦੋਂ ਇਹ ਗੱਲਾਂ ਹੁੰਦੀਆਂ ਵਾ, ਹੁਣ ਜੀ ਮੈਂ ਆਪਣੇ ਘਰ ਆ ਗਈ ਹਾਂ, ਮੈਂ ਇਹ ਗੱਲਾਂ ਨਹੀਂ ਸੁਣ ਸਕਦੀ। ਮੇਰਾ ਘਰ ਵਾਲਾ ਮੇਰੀ ਪੂਰੀ ਸਪੋਰਟ ਕਰਦਾ, ਕਿਉਂਕਿ ਉਹਨੂੰ ਪਤਾ ਇਹ ਚੰਗੇ ਆ, ਉਹ ਚੰਗੇ, ਉਹ ਸਾਡੀ ਇਸ ਕਰਕੇ ਸਾਥ ਦੇਂਦੇ ਆ। ਵਾਈਫ ਹਾਂ ਜੀ ਮੈਂ, ਮੇਰਾ ਹੱਕ ਬਣਦਾ। ਜਦ ਮੈਂ ਉਹਦੇ ਲਈ ਇੰਨਾ ਕੁਛ ਕਰਦੀ ਹਾਂ, ਉਹਦੀ ਸਿਹਤ ਦਾ ਧਿਆਨ ਰੱਖਦੀ, ਸਭ ਕੁਛ ਕਰਦਾ, ਉਹਨੇ ਵੀ ਮੇਰੇ ਲਈ ਖੜੇ ਹੋਣਾ ਨਾ। ਉਹ ਹੁਣ ਜਦੋਂ ਮੈਨੂੰ ਫੋਨ ਕਾਲਾਂ ਕਰਦਾ, ਕੁਛ ਵੀ ਕਰਦਾ, ਉਹ ਸਿੱਧਾ ਫੋਨ ਚੱਕ ਕੇ ਉਹ ਗੱਲ ਕਰਦਾ, ਹਾਂ ਵੀ ਦੱਸੋ ਕੀ ਗੱਲ ਆ। ਉਹ ਫੋਨ ਚੱਕ ਕੇ ਇਹਨਾਂ ਗੱਲ ਕਰਦਾ। ਕਦੀ ਤੁਹਾਡੇ ਹਸਬੈਂਡ ਨਾਲ ਲੜਾਈ ਹੋਈ ਉਹਨਾਂ ਦੀ? ਮੇਰੇ ਹਸਬੈਂਡ ਨਾਲ ਰਾਜੇ ਕਈ ਵਾਰੀ ਇਹ ਕਈ ਕੁਝ ਕਹਿ ਚੁੱਕਿਆ, ਬਹੁਤ ਕੁਝ ਗੱਲਾਂ ਕਹਿ ਚੁੱਕਿਆ। ਜਿੱਦਣ ਆਪਣੀ ਪ੍ਰੈਸ ਕਾਨਫਰੰਸ ਹੋਊਗੀ, ਉਹ ਤੁਹਾਡੇ ਸਾਹਮਣੇ ਸਭ ਕੁਝ ਜ਼ਾਹਰ ਕਰਾਂਗੇ ਜੀ। ਇੱਕ ਰਜਨੀ ਜੀ, ਇੱਥੇ ਇਹ ਸਵਾਲ ਹੈ, ਜਦੋਂ ਤੁਸੀਂ ਦੱਸਿਆ ਸਾਈਪ੍ਰਸ ਦੀ ਗੱਲ ਦੱਸੀ ਹੈ ਕਿ ਤੁਹਾਨੂੰ ਕਾਲ ਕਰਕੇ ਬਹੁਤ ਕੁਝ ਬੋਲੇ ਕਿ ਮੈਂ ਤੇਰੇ ਨਾਲ ਤਾਂ ਵਿਆਹ ਕਰਾਉਣਾ ਸੀ, ਮੈਂ ਇੱਥੇ ਤੇਰੇ ਕੋਲ ਰਹੂੰਗਾ, 6 ਮਹੀਨੇ ਉੱਥੇ ਰਹੂੰਗਾ। ਜੀ ਕਹਿੰਦਾ ਸੀ। ਹਾਂਜੀ, ਉਸ ਤੋਂ ਬਾਅਦ ਤੁਸੀਂ ਚਾਹਿਆ ਨਹੀਂ ਕਿ ਮੈਂ ਕੱਟ ਆਫ ਕਰ ਲਵਾਂ, ਇਹਦੇ ਨਾਲ ਮੇਰੀ ਗੱਲ ਹੀ ਨਾ ਹੋਵੇ ਕਦੀ? ਜਦ ਤੁਸੀਂ ਕਹਿੰਦੇ ਮੈਂ 2 ਸਾਲ ਇੱਥੇ ਰਹੀ ਵੀ, ਜਿਹੜੇ ਇਹਨਾਂ ਦੇ ਮੈਂ ਕਿਰਾਇਆ ਦਿੰਦੀ ਰਹੀ ਹਾਂ 12,000। ਜੀ, ਮੈਂ ਤੁਹਾਨੂੰ ਸਾਰੇ ਸਿਸਟਰ ਸਾਰੀ ਗੱਲ ਹਿਸਟਰੀ ਦੱਸੂਗੀ, ਕਿਉਂਕਿ ਮੇਰੀਆਂ ਭੈਣਾਂ ਨੂੰ ਵੀ ਇਹ ਕਹਿੰਦਾ ਰਿਹਾ,
ਇਹ ਜਿਹੜੇ ਗੰਦੇ ਲਫ਼ਜ਼ ਮੈਨੂੰ ਕਹਿੰਦਾ ਰਿਹਾ ਨਾ, ਜੋ ਤੁਹਾਡੀ ਕੈਨੇਡਾ ਔਰ ਇੱਥੇ ਛੋਟੀ ਭੈਣ ਉਹਨੂੰ ਵੀ ਕਹਿੰਦਾ ਰਿਹਾ, ਕੈਨੇਡਾ ਵਾਲੀ ਨੂੰ ਵੀ ਕਹਿੰਦਾ ਰਿਹਾ, ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ। ਉਹਨੂੰ ਵੀ ਇਹ ਕਹਿੰਦਾ ਸੀ। ਇੱਕ ਵਾਰੀ ਕੈਨੇਡਾ ਵਾਲੀ ਜਿਹੜੀ ਮੇਰੀ ਸਿਸਟਰ ਆ, ਉਹਦੇ ਹਸਬੈਂਡ ਆਏ, ਇਹਨੇ ਬੈਠੇ ਸੰਡੂ ਆਪਸ ਵਿੱਚ ਬੈਠੇ ਜਾਂ ਕਿੱਦਾਂ, ਮੇਰੀ ਭੈਣ ਨਾ ਦੁੱਧ ਗਰਮ ਕਰਦੀ ਪਈ ਸੀ ਰਾਤ ਨੂੰ ਬੱਚਿਆਂ ਲਈ, ਇਹਨੇ ਉਹਨੂੰ ਇਹ ਗੱਲ ਕਹੀ ਕਿਚਨ ਦੇ ਵਿੱਚ ਜਾ ਕੇ, ਇਹ ਮੌਕੇ ਭਾਲਦਾ ਜੀ ਗੰਦੀਆਂ ਗੱਲਾਂ ਕਰਨ ਲਈ, ਮੌਕੇ ਭਾਲਦਾ ਹਮੇਸ਼ਾ। ਜਿੱਦਾਂ ਮੇਰੀ ਸਿਸਟਰ ਆ, ਸੋ ਗਈ, ਥੱਕ ਗਈ ਵੱਡੀ ਹੋ ਕੇ, ਭੈਣਾਂ ਇਕੱਠੀਆਂ ਹੋਈਆਂ, ਭੈਣ ਜਦੋਂ ਇਕੱਠੀਆਂ ਹੋ ਜਾਂਦੀਆਂ, ਜੀਜੇ ਹੁੰਦੇ ਜਿਹੜੇ ਪਿਓ ਸਮਾਨ ਹੁੰਦੇ ਆ, ਬੰਦਾ ਆਪਣਾ ਆਰਾਮ ਨਾਲ ਸੋ ਜਾਂਦਾ ਵਾ ਵੀ ਚਲੋ ਮੇਰੀਆਂ ਭੈਣਾਂ ਹੈਗੀਆਂ, ਬੱਚੇ ਆਪੇ ਹੀ ਦੇਖ ਲੈਣਗੀਆਂ ਜਾਂ ਕਿੱਦਾਂ। ਇਹ ਕੋਈ ਗੁਨਾਹ ਤਾਂ ਨਹੀਂ ਹੈਗਾ, ਗੁਨਾਹ ਨਹੀਂ ਹੈਗਾ। ਤੇ ਮੇਰੀ ਸਿਸਟਰ ਕੈਨੇਡਾ ਵਾਲੀ ਦੁੱਧ ਗਰਮ ਕਰਦੀ ਪਈ ਸੀ ਬੱਚਿਆਂ ਲਈ, ਇਹਨੇ ਇੰਨੀ ਉਹਨੂੰ ਲਫ਼ਜ਼ ਬੋਲਿਆ, ਉਹਨੇ ਖੁਦ ਮੈਨੂੰ ਦੱਸਿਆ। ਇਹ ਕਹਿੰਦਾ ਬੱਚਿਆਂ ਨੂੰ ਨਾ ਦੁੱਧ 'ਚ ਨੀਂਦ ਦੀਆਂ ਗੋਲੀਆਂ ਲੈ ਕੇ ਆਇਆ ਹੈ। ਇਹਨੇ ਪੈਕਟ 'ਚੋਂ ਖੋਲੀਆਂ, ਕਹਿੰਦਾ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਇਹਦੇ ਵਿੱਚ ਪਾ ਦੇ, ਤਾਂ ਮੇਰੇ ਨਾਲ ਕਹਿੰਦਾ ਅੱਜ ਉੱਤੇ ਰਾਤ ਸੌਂ। ਇਹ ਬੰਦੇ ਨੇ ਖੁਦ ਇਹ ਗੱਲ ਕਹੀ ਹੋਈ ਹੈ। ਇਹ ਸਭ ਕੁਝ ਹੋਊਗਾ ਜੀ ਜੇ ਕਹਿੰਦਾ ਡੰਕੇ ਦੀ ਚੋਟ ਤੇ ਅਸੀਂ ਇਹਨੂੰ ਉੱਥੇ ਲੈ ਕੇ ਜਾਵਾਂਗੇ ਜਿੱਥੋਂ ਇਹ ਵਾਪਸ ਨਹੀਂ ਆ ਸਕਦਾ। ਜੋ ਇਹਨੇ ਸਾਨੂੰ ਗੱਲਾਂ ਕਹੀਆਂ ਹੋਈਆਂ। ਕਦੀ ਤੁਹਾਡੇ ਨਾਲ ਜ਼ਬਰਦਸਤੀ ਤਾਂ ਨਹੀਂ ਕੀਤੀ? ਜ਼ਬਰਦਸਤੀ ਦੀ ਮੈਂ ਹੁਣ ਤੁਹਾਨੂੰ ਗੱਲ ਦੱਸਣ ਲੱਗੀ। ਜ਼ਬਰਦਸਤੀ ਦੀ ਰਾਜੇ ਜਦੋਂ ਕਰਤਾਰਪੁਰ ਆ ਜਾਂਦਾ ਸੀ, ਜਦੋਂ ਅਸੀਂ ਅਨਮੈਰਿਡ ਸੀ, ਮੇਰੀ ਛੋਟੀ ਸਿਸਟਰ ਸਪਨਾ ਤੇ ਮੈਂ, ਕਿਉਂਕਿ ਵੱਡੀ ਜਿਹੜੀ ਰੋਮਾ ਕੈਨੇਡਾ ਵਾਲੀ ਆ, ਇਹਨੇ ਖੁਦ ਵਿਆਹੀ ਹੋਈ ਸੀ, ਉਹ ਵਿਆਹ ਹੋ ਗਈ ਸੀ ਉਸ ਟਾਈਮ, ਤੇ ਛੋਟੀਆਂ ਸੀ ਅਸੀਂ ਦੋਨੇ। ਜਿੱਦਾਂ ਇਹ ਮੇਰੇ ਬਾਹਰ ਜਾਣ ਤੋਂ ਬਾਅਦ ਦੀਆਂ ਵੀ ਗੱਲਾਂ ਵਾ ਤੇ ਪਹਿਲਾਂ ਵੀ ਗੱਲਾਂ, ਹੁਣ ਮੈਂ ਤੁਹਾਨੂੰ ਦੱਸਦੀ ਖੁੱਲ੍ਹ ਕੇ। ਮੇਰੇ ਬਾਹਰ ਜਾਣ ਤੋਂ ਪਹਿਲਾਂ ਇਹ ਮੇਰੇ ਪਿੱਛੇ ਕਾਫੀ ਪਿਆ ਹੁੰਦਾ ਸੀਗਾ ਵੀ ਜਿੱਦਾਂ ਤੂੰ ਮੇਰੇ ਨਾਲ ਵਿਆਹ ਕਰਾ ਲਾ, ਕਈ ਗੱਲਾਂ ਕਰ ਦਿੰਦਾ ਹੁੰਦਾ ਸੀ ਇੱਦਾਂ। ਮੈਂ ਕਹਿਣਾ ਇਹਦਾ ਦਿਮਾਗ ਖਰਾਬ ਆ, ਸਾਈਕੋ ਬੰਦਾ, ਜਨਾਨੀਵਾਜ ਬੰਦਾ। ਜੇ ਕਹਿ ਦਿੰਦਾ ਤਾਂ ਰਜਨੀ ਤੂੰ ਇੱਕ ਗੱਲ 'ਚੋਂ ਸੁਣ ਤਾਂ ਦੂਜੇ 'ਚੋਂ ਕੱਢ, ਠੀਕ ਆ ਵੀ ਮਤਲਬ ਇੰਨਾ ਨਹੀਂ ਸੀਗਾ। ਦੀਦੀ ਨੂੰ ਨਹੀਂ ਪਰੇਸ਼ਾਨ ਕਰਦੇ ਸੀ ਕਿਉਂਕਿ ਉਹਦੀ ਫਸਟ ਮੈਰਿਜ ਵੀ ਸੀ, ਉਹਦੇ ਹਸਬੈਂਡ ਐਕਸਪਾਇਰ ਹੋ ਗਏ। ਉਹ ਆਪਣੀ ਕਿਸਮਤ ਨੂੰ ਰੋਂਦੀ ਸੀ, ਉਹਨੂੰ ਦੱਸਾਂਗੇ ਵੀ ਉਹ ਸੈਕਿੰਡ ਵੀ ਮੇਰਾ ਇੱਦਾਂ ਦਾ ਹੀ ਹੈ, ਦੁਖੀ ਹੋ ਗਈ। ਤੇ ਅਸੀਂ ਉਹਨਾਂ ਕਦੀ ਗੱਲ ਰਾਜੇ ਸ਼ੇਅਰ ਨਹੀਂ ਕੀਤੀ ਸੀ ਉਦੋਂ। ਫਿਰ ਕੀ ਹੋਇਆ, ਇਹ ਜਦੋਂ ਕਰਤਾਰਪੁਰ ਆਉਂਦਾ ਸੀ, ਮੇਰੀ ਮਾਂ ਜੀਂਦੀ ਵੀ ਸੀ ਉਦੋਂ, ਮੇਰਾ ਪਿਓ ਵੀ ਜੀਂਦਾ ਸੀ, ਮੇਰੇ ਪਾਪਾ ਬਾਹਰ ਸੀਗੇ ਉਦੋਂ, ਆਈ ਥਿੰਕ ਮਸਕਟ ਸੀ। ਤੇ ਉਹਦੀਆਂ ਗੱਲਾਂ ਜਦੋਂ ਇਹ ਆਉਂਦਾ ਹੁੰਦਾ ਸੀ ਉੱਥੇ ਕਰਤਾਰਪੁਰ, ਜਦੋਂ ਮੈਂ ਬਾਹਰੋਂ ਆ ਗਈ ਹਾਂ, ਬਾਹਰ ਜਾਣ ਤੋਂ ਹਾਂ ਜਦੋਂ ਮੈਂ ਬਾਹਰ ਗਈ ਹਾਂ, ਇਹ ਜਿਹੜੀ ਮੁੰਡਾ ਟਾਈਪ ਆ, ਤੂੰ ਮੇਰੇ ਨਾਲ ਬਾਉਂਸਰ ਜਿਹਾ ਲੱਗਦਾ, ਕਿਉਂਕਿ ਹੈਲਦੀ ਸੀ, ਅੱਛੀ ਉਹਦੀ ਇੱਕ ਮਤਲਬ ਜੀਨਸ ਪਾਣੀਆਂ, ਉਹਨੇ ਜੌਬ ਕਰਦੀ ਸੀ, ਅੱਛੀ ਸੀ ਉਹ ਕੁੜੀ। ਤਾਂ ਇਹਨੇ ਕਹਿਣਾ ਤੂੰ ਮੇਰੇ ਨਾਲ ਜਾਂਦੀ ਆ, ਮੇਰੀ ਇੱਕ ਇਮੇਜ ਬਣਦੀ, ਅੱਛਾ ਲੱਗਦਾ, ਤੂੰ ਮੇਰੇ ਨਾਲ ਪ੍ਰੋਗਰਾਮਾਂ 'ਤੇ ਜਾਇਆ ਕਰ। ਸਾਡੀ ਭੈਣ ਬੇਸੀ ਇਹ ਕਰਦੇ ਸੀ। ਮੇਰੀ ਸਿਸਟਰ ਇਹ ਖੁਦ ਕਹਿੰਦੀ ਹੁੰਦੀ ਸੀ ਵੀ ਤੂੰ ਨਾਲ ਜਾ, ਤੇਰਾ ਜੀਜਾ ਇੰਨਾ ਕਰਦਾ, ਤੇਰਾ ਪਿਓ ਸਮਾਨ ਆ, ਵੀ ਤੂੰ ਨਾਲ ਜਾ। ਸਾਨੂੰ ਇਹ ਗੱਲਾਂ ਵਿਚਲੀਆਂ ਪਤਾ ਨਹੀਂ ਸੀ, ਪਰ ਉਹ ਜਦੋਂ ਮੈਂ ਰਾਜੇ ਪਹਿਲਾਂ ਵੀ ਗੱਲਾਂ ਇਹਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ, ਜੋ ਹੁੰਦਾ ਸੀ। ਤੇ ਮੈਨੂੰ ਇੰਨੇ ਗੰਦੇ ਮੈਸੇਜ ਭੇਜਦਾ ਸੀ, ਕਿਉਂਕਿ ਉਹਦੇ ਕੋਲ ਸਾਡੇ ਸਮਾਰਟਫੋਨ ਨਹੀਂ ਸੀ। ਗੰਦੇ ਮੈਸੇजेस ਸਾਰੇ ਸਾਡੇ ਨਾਲ ਡਰਦੇ ਆ। ਗਰੀਬੀ ਬਹੁਤ ਵੱਡੀ ਚੀਜ਼ ਆ। ਗਰੀਬ ਜਦੋਂ ਬੰਦਾ ਹੋਵੇ ਉਹ ਬਹੁਤ ਵੱਡੀ ਚੀਜ਼ ਆ ਵੀ ਸਾਡੀ ਕੋਈ ਗੱਲ ਸੁਣੀ ਨਹੀਂ ਜਾਊਗੀ, ਸਾਨੂੰ ਝੂਠਾ ਸਾਬਿਤ ਹੋ ਜਾਊਗਾ। ਉਹ ਕਹਿੰਦੇ ਸਿਰਫ ਮੈਂ ਤੇਰੀ ਵੇਟ ਕਰਦੀ ਸੀ ਵੀ ਤੂੰ ਬਾਹਰੋਂ ਆਵੇਂ ਤੇ ਇਹਦੇ ਨਾਲ ਗੱਲ ਕਰੇ, ਕਿਉਂਕਿ ਘਰ 'ਚੋਂ ਗੱਲ ਕਰਨ ਵਾਲੀ ਮੈਂ ਹੀ ਆ ਜੀ, ਮੈਂ ਹੀ ਡਟ ਕੇ ਸਾਹਮਣਾ ਕਰਨ ਵਾਲੀ ਹਾਂ, ਤਾਂ ਮੇਰੇ ਪੇਸ਼ ਪਿਆ ਹੋਇਆ। ਜਦੋਂ ਉਹਨੇ ਵੀ ਮੇਰੇ ਨਾਲ ਇੰਨੀ ਗੱਲ ਕੀਤੀ ਵੀ ਮੈਨੂੰ ਗੰਦੇ ਮੰਦੇ ਗੱਲਾਂ ਕਰਦਾ ਵਾ, ਮੈਨੂੰ ਗੰਦੇ ਮੰਦੇ, ਉਹਨੇ ਮੈਨੂੰ ਮੈਸੇजेस ਵੀ ਦਿਖਾਏ ਉਦੋਂ। ਤੇ ਉਦੋਂ ਉਹ ਫੋਨ ਸਿੰਪਲ ਫੋਨ ਸੀ ਜਿਹੜੇ, ਤੇ ਮੈਂ ਦੇਖੇ, ਮੈਂ ਸ਼ੌਕ ਰਹਿ ਗਈ ਰਾਜੇ ਦੇਖ ਕੇ ਵੀ ਇਹਦਾ ਹਰ ਬੰਦੇ ਨਾਲ ਇਹ ਕੰਮ ਆ, ਹਰ ਬੰਦੇ। ਮੁੰਡਾ ਲੱਭਿਆ, ਮੇਰੀ ਭੈਣ ਨਹੀਂ ਇਹ ਕੰਮ ਕਰਦਾ ਸੀ, ਇਹਦਾ ਜਾਣਕਾਰ ਸੀ। ਮੇਰੀ ਭੈਣ ਨੇ ਵੀ ਦੱਸਿਆ, ਅਸੀਂ ਉਹਦੇ ਮਾਂ-ਬਾਪ ਨਾਲ ਮਿਲੇ, ਸਾਰੀ ਗੱਲਬਾਤ ਕੀਤੀ, ਅਸੀਂ ਵਿਆਹ ਕਰ ਦਿੱਤਾ ਕੁੜੀ ਦਾ। ਕਿਉਂਕਿ ਇਹ ਮੇਰੀਆਂ ਭੈਣਾਂ ਭੋਲੀਆਂ ਬਹੁਤ ਆ ਜੀ, ਮੇਰੀਆਂ ਭੈਣਾਂ ਭੋਲੀਆਂ ਬਹੁਤ ਆ ਜੀ। ਮੈਂ ਕਿਹਾ ਕੋਈ ਇਹ 'ਤੇ ਐਲੀਗੇਸ਼ਨ ਨਾ ਲਾ ਦੇਵੇ ਮੇਰਾ ਇਹਦੇ ਰਿਲੇਸ਼ਨ ਸੀ, ਫਲਾਨਾ ਸੀ, ਕੁਛ ਵੀ ਕਹਿ ਸਕਦਾ ਹੈ। ਮੈਂ ਉਦੋਂ ਇਹਦਾ ਵਿਆਹ ਕਰ ਦਿੱਤਾ। ਭਰਾ ਦਾ ਵੀ, ਛੋਟੇ ਦਾ ਕੀਤਾ, ਮੈਂ ਸਭ ਦਾ ਕੀਤਾ। ਹੁਣ ਤੁਹਾਨੂੰ ਗੱਲ ਇਹ ਵੀ ਦੱਸਣ ਲੱਗੀ ਆ ਮੈਂ, ਜੇ ਇਹ ਕਹਿੰਦਾ ਨਾ ਵਿਆਹ ਮੈਂ ਸਾਰੀਆਂ ਦੇ ਕੀਤੇ, ਮੈਂ 5-5 7-7 ਲੱਖ ਰੁਪਇਆ ਲਾਇਆ, ਇਹ ਵੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ। ਛੋਟੀ ਦਾ ਪੂਰਾ ਮਹੱਲਾ ਗਵਾਹ, ਪੂਰਾ ਸਮਾਜ ਗਵਾਹ ਵਾ। ਛੋਟੀ ਦਾ ਮੈਂ 20,000 ਰੁਪਏ ਦੇ ਵਿੱਚ ਆਪਣੇ ਕੋ, ਮੈਂ ਬਾਹਰੋਂ ਪੈਸਾ ਕਮਾ ਕੇ ਲਿਆਈ ਸੀ, ਮੈਂ 20,000 'ਚ ਛੋਟੀ ਦਾ ਵਿਆਹ ਕੀਤਾ। ਮੈਂ ਚੁੰਨੀ ਚੜਾਵਾ ਕੀਤਾ, ਚਾਹ ਪਾਣੀ ਦਾ ਅਰੇਂਜਮੈਂਟ ਸੀ, ਰੋਟੀ ਦਾ ਅਰੇਂਜਮੈਂਟ ਸੀ, ਜਿੰਨਾ ਕੁ ਸਾਡੇ ਕੋਲ ਸਰਿਆ। ਸਾਰਾ ਮਹੱਲਾ ਆਇਆ, ਸਾਰੇ ਮੁਹੱਲੇ ਨੂੰ ਇਹ ਗੱਲ ਪਤਾ। ਇਹ ਉੱਥੇ ਵੜਿਆ ਨਹੀਂ, ਭੇਜ ਦਿੱਤਾ ਹੀ ਕਲਾ ਕਲੇਸ਼ ਕਰਕੇ, ਆਪ ਨਹੀਂ ਆਇਆ ਸੀ ਵਿਆਹ ਤੇ। ਚਲੋ ਉਹ ਕੁੜੀ ਤੋਰੀ ਗਈ, ਸਭ ਦੀਆਂ ਕੁੜੀਆਂ ਤੁਰ ਜਾਂਦੀਆਂ ਜੀ, ਗਰੀਬਾਂ ਦੀਆਂ ਵੀ ਤੁਰ ਜਾਂਦੀਆਂ, ਦੋ ਬੰਦਿਆਂ 'ਚ ਵੀ ਤੁਰ ਜਾਂਦੀਆਂ, ਠੀਕ ਹੈ। ਕੁੜੀ ਦਾ ਵਿਆਹ ਕਰ ਦਿੱਤਾ। ਮੈਂ ਕਿਹਾ ਮੈਂ ਡਟ ਕੇ ਸਾਹਮਣਾ ਕਰਨ ਵਾਲੀ ਹਾਂ,
ਮੈਂ ਇਹਦਾ ਵਿਆਹ ਕਰ ਦਿੱਤਾ। ਮੈਂ ਕਿਹਾ ਤੂੰ ਆਪਣੇ ਘਰ ਜਾ, ਤੂੰ ਆਪਣੇ ਘਰ ਸੇਫ ਰਹੂੰਗੀ, ਕੱਲ ਤੇਰੇ ਤੇ ਕੋਈ ਇਦਾਂ ਦੀ ਗੱਲ ਨਾ ਆਊਗੀ। ਮੈਂ ਇਹਦੇ ਲਈ ਇਕੱਲੀ ਬੜੀ ਹਾਂ, ਠੀਕ ਹੈ ਜੀ। ਉਹ ਕੁੜੀ ਵਿਆਹੀ ਗਈ ਹੈ, ਮੈਂ ਆਪਣੇ ਘਰ ਆ ਹੁਣ। ਤੇ ਜਿਹੜੇ ਇਹ ਹੁਣ ਵਿਆਹ ਦੀ ਗੱਲ ਕਰਦਾ 5-5 7 ਲੱਖ ਰੁਪਏ ਦੀ, ਚਲੋ ਛੋਟੀ ਦਾ ਤਾਂ ਮੈਂ ਕੀਤਾ। ਤੇ ਜਿਹੜੀ ਕੈਨੇਡਾ ਵਾਲੀ ਮੇਰੀ ਸਿਸਟਰ ਆ ਰੋਮਾ, ਉਹ ਇਹਦੀ ਇਹ ਕਹਿ ਰਹੇ ਆ ਵੀ ਮੈਂ ਉਹਦਾ ਵਿਆਹ ਕੀਤਾ, ਫਲਾਨਾ ਕੀਤਾ। ਮੁੰਡਾ ਮੈਂ ਲੱਭਿਆ। ਮੈਂ ਹੁਣ ਤੁਹਾਨੂੰ ਦੱਸਦੀ ਆ, ਮੁੰਡਾ ਇੰਨੇ ਲੱਭਿਆ ਜੀ, ਮੁੰਡਾ ਇੰਨੇ ਲੱਭਿਆ। ਕਈ ਮੁੰਡੇ ਸਾਨੂੰ ਦਿਖਾਏ, ਕਈ ਗੱਲਾਂ ਕਰਦਾ ਹੁੰਦਾ ਸੀ। ਅਸੀਂ ਹਮੇਸ਼ਾ ਡਰਦੇ ਸੀ ਵੀ ਜਿੱਦਾਂ ਦਾ ਆਪ ਸ਼ੋਧਾ, ਆਪ ਕੰਜਰ ਆਏ, ਉੱਦਾਂ ਦਾ ਹੋਰ ਕੋਈ ਲੱਭ ਦਊਗਾ ਸਾਨੂੰ। ਅਸੀਂ ਹਮੇਸ਼ਾ ਇਹ ਸੋਚਦੇ ਸੀ। ਸਾਡੀ ਘਰ ਦੇ ਵਿੱਚ ਇਹ ਗੱਲ ਚੱਲਦੀ ਸੀ ਕਿਉਂਕਿ ਮੇਰੇ ਮਾਪੇ ਬੜੇ ਭੋਲੇ ਸੀ। ਅਸੀਂ ਭੈਣਾਂ ਦੇ ਵਿੱਚ ਇਹ ਕਹਿੰਦਾ ਨਾ ਸਾਡੀ ਮੈਜੋਰਟੀ ਹੈ। ਜਦੋਂ ਬੱਚੇ ਜਵਾਨ ਹੋ ਜਾਂਦੇ, ਜਦੋਂ ਤੁਸੀਂ ਅੱਛੀ ਐਜੂਕੇਸ਼ਨ ਪਾ ਲੈਂਦੇ ਆ, ਫਿਰ ਤੁਸੀਂ ਭੈਣ ਭਰਾ ਹੀ ਗੱਲਾਂ ਕਰਦੇ ਆ ਵੀ ਕੀ ਕੀਤਾ ਜਾਵੇ ਘਰ ਦੇ ਵਿੱਚ। ਜੇ ਅਸੀਂ 2 ਭੈਣਾਂ, ਇਸ ਟਾਈਮ ਤੁਸੀਂ ਬੈਠੇ 2 ਭੈਣਾਂ ਵਾ, ਸਾਡੇ ਮਾਪੇ ਭੋਲੇ ਵੀ ਹੋਇਆ ਪਿਆ। ਸਾਡਾ ਜੀਜਾ, ਸਾਡਾ ਪਿਓ ਸਮਾਨ ਸਾਨੂੰ ਕਹਿੰਦਾ ਵਾ ਸਾਨੂੰ ਕਿਤੇ ਗਲਤ ਜਗ੍ਹਾ ਨਾ ਤੋੜ ਦੇਵੇ, ਜਿੱਦਾਂ ਦਾ ਆਪ ਕੰਜਰ ਉੱਦਾਂ ਦਾ ਅਗਲਾ ਲੱਭ ਦਊਗਾ ਸਾਨੂੰ। ਇਹ ਗੱਲਾਂ ਹੁੰਦੀਆਂ ਸੀ। ਤੇ ਇਹ ਕਈ ਰਿਸ਼ਤੇ ਇਹਨੇ ਸਾਨੂੰ ਕਹੇ, ਅਸੀਂ ਦਰਕਰਾਨ ਕਰ ਦਿੰਦੇ ਹੁੰਦੇ ਸੀ। ਕਈ ਵੇਲੇ ਸਾਡੇ ਬੜੀ ਏਜਡ ਬੰਦਿਆਂ ਨਾਲ ਇਹ ਵਿਆਹ ਕਹਿੰਦਾ ਹੁੰਦਾ ਸੀ। ਕੋਈ ਨਿਊਜ਼ੀਲੈਂਡ ਸਿਟੀਜ਼ਨ ਆ ਜੀ 50 ਸਾਲ ਦਾ, ਕੋਈ ਆ, ਕੋਈ ਆ। ਬੜੇ ਇਹਨੇ ਸਾਨੂੰ ਰਿਸ਼ਤੇ ਦੱਸੇ, ਪਰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਸੀ। ਗਰੀਬ ਆ ਤਾਂ ਰਾਜੇ ਇਹ ਥੋੜੀ ਜਿੰਨਾ ਮਰਜ਼ੀ ਤੁਰ ਜਾਓ, ਠੀਕ ਹੈ, ਸਮਝਦਾਰ ਆ ਤੁਸੀਂ ਵੀ। ਜਿਹੜੀ ਫਿਰ ਇਹਨੇ ਮੁੰਡਾ ਲੱਭਿਆ ਕਪੂਰਥਲੇ ਦਾ, ਠੀਕ ਆ, ਬਹੁਤ ਅੱਛੇ ਆ ਮੇਰੇ ਜੀਜਾ ਜੀ, ਬੜੇ ਰਿਸਪੈਕਟਫੁਲੀ ਬੰਦੇ ਆ। ਕਦੀ ਉਹਨੇ ਸਾਡੇ ਤੇ ਗੰਦੀ ਨਜ਼ਰ ਨਹੀਂ ਰੱਖੀ, ਕਦੀ ਉਹਨੇ ਸਾਨੂੰ ਉੱਚੀ ਆਵਾਜ਼ 'ਚ ਗੱਲ ਨਹੀਂ ਕੀਤੀ। ਉਹ ਬੰਦਾ ਇੰਨਾ ਨਾਈਸ ਆ। ਇਹ ਸੋਚਦਾ ਸੀਗਾ ਵੀ ਮੈਂ ਸ਼ੋਧਾ ਤਾਂ ਮੈਂ ਉੱਦਾਂ ਦੇ ਲੱਭ ਲਊਂਗਾ, ਉਹ ਵੀ ਮੇਰੇ ਫੇਵਰ 'ਚ ਗੱਲ ਕਰਨਗੇ। ਪਰ ਉਹ ਸਾਡਾ ਨੇ ਬੜੀ ਰਿਸਪੈਕਟ ਕਰਦੇ ਆ, ਬਹੁਤ ਇੱਜ਼ਤ ਵਾਲੇ ਬੰਦੇ ਆ, ਔਰ ਆਪਣੇ ਘਰ ਵੈਲ ਸੈਟਡ ਆ। ਅਮਰੀਕਾ ਉਹਦੇ ਭਰਾ, ਆਸਟ੍ਰੇਲੀਆ ਉਹਦੇ ਭਰਾ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਠੀਕ ਹੈ ਜੀ। ਵਿਆਹ ਦੀ ਗੱਲ ਆਈ ਜੀ, ਵਿਆਹ ਉਦੋਂ ਵੀ ਸਾਡੇ ਚਾਚੇ ਤਾਏ ਵੀ ਉਸ ਟਾਈਮ ਬੈਠੇ ਸੀ, ਮੇਰਾ ਮਾਂ-ਬਾਪ ਵੀ ਬੈਠਾ ਸੀ। ਜਦੋਂ ਇਹ ਕਹਿੰਦਾ ਵੀ ਵਿਆਹ ਉਹਦਾ ਕੈਨੇਡਾ ਵਾਲੀ ਦਾ ਕਰਨਾ ਮੈਂ ਬੈਠਾ ਸੀਗਾ, ਕਿਉਂਕਿ ਸਾਡੇ ਕੋਲ ਇੰਨੀ ਰਾਜੇ ਕਪੈਸਿਟੀ ਨਹੀਂ ਸੀ, ਇੰਨੇ ਅਸੀਂ ਰਿਚ ਫੈਮਿਲੀ ਤੋਂ ਬਿਲੋਂਗ ਨਹੀਂ ਕਰਦੇ। ਮਾਤੜ ਸਾਥੀ ਅਸੀਂ ਬੰਦੇ ਆ। ਮੇਰੇ ਮਾਂ-ਬਾਪ ਨੇ ਕਿਹਾ ਸੀ ਰਾਜੇ ਚੱਲ ਜੇ ਤੂੰ ਮੁੰਡਾ ਲੱਭ ਲਿਆ ਵਾ, ਜੇ ਤੂੰ ਕਹਿੰਦਾ ਮੁੰਡਾ ਅੱਛਾ ਵਾ, ਅਸੀਂ ਸਾਰੀ ਗੱਲ ਕਰ ਲਈ, ਮੁੰਡਾ ਵੀ ਮਿਲਾਤਾ ਇਹਨੇ ਸਾਨੂੰ, ਸਾਰੀ ਗੱਲ ਹੋ ਗਈ ਸੀ। ਤੇ ਕਹਿੰਦੇ ਜੇ ਤੁਸੀਂ ਕਹਿੰਦੇ ਵੀ ਮੁੰਡਾ ਅੱਛਾ ਵਾ ਬੇਟੇ, ਚਲੋ ਕੋਈ ਨਹੀਂ ਅਸੀਂ ਕਰ ਦਿੰਦੇ ਆ, ਹੈ ਨਾ। ਤੇ ਚਲੋ ਮੈਂ ਸਿਸਟਰ ਨੂੰ ਵੀ ਮਨਾ ਲਿਆ, ਕਿਉਂਕਿ ਅਸੀਂ ਵੀ ਮੁੰਡੇ ਨੂੰ ਮਿਲੇ। ਇਹਨੇ ਸਾਨੂੰ ਕੀ ਮਿਲਾਉਣਾ ਸੀ, ਇਹ ਤਾਂ ਸਾਨੂੰ ਮਿਲ ਕੇ ਆਇਆ ਹੀ ਆਇਆ। ਸਾਨੂੰ ਮੁੰਡੇ ਵਾਲੇ ਨੇ ਆਪ ਨੰਬਰ ਦੇਤਾ ਉਸ ਵੇਲੇ ਕਿ ਤੁਸੀਂ ਜੋ ਬੇਟਾ ਗੱਲ ਕਰਨੀ ਆ, ਕਿਉਂਕਿ ਉਹ ਸਮਝਦਾਰ ਬੰਦੇ ਸੀ, ਉਹ ਸਮਝਦਾਰ ਸੀ। ਉਹ ਕਹਿੰਦੇ ਸੀ ਇਹ ਨਾ ਦੇਖੋ ਵੀ ਤੁਸੀਂ ਗਰੀਬ ਆ, ਜੇ ਇਹ ਰਿਸ਼ਤਾ ਕਰਾਉਂਦਾ ਤੁਸੀਂ ਜੋ ਮਰਜ਼ੀ ਕਰ ਜਾਓ, ਤੁਸੀਂ ਆਪਣੀ ਇੱਕ ਮੀਟਿੰਗ ਰੱਖੋ। ਇਹ ਤੋਂ ਚੋਰੀ ਉਹਨਾਂ ਨੇ ਨੰਬਰ ਦਿੱਤਾ ਸੀ। ਅਸੀਂ ਉਹਨਾਂ ਨੂੰ ਮਿਲੇ ਆ, ਸਾਰੀ ਗੱਲਬਾਤ ਹੋਈ, ਸਾਨੂੰ ਬਹੁਤ ਅੱਛਾ ਲੱਗਾ। ਮੈਂ ਤਾਂ ਮੇਰੀ ਸਿਸਟਰ ਮੈਨੂੰ ਹਾਂ ਕਰ ਦਿੱਤੀ। ਮੈਂ ਕਿਹਾ ਵੀ ਤੂੰ ਵਿਆਹ ਕਰਵਾ ਲਾ, ਬੰਦਾ ਬਹੁਤ ਅੱਛਾ, ਠੀਕ ਹੈ ਜੀ। ਉਹਦੀ ਮੈਰਿਜ ਜੀ, ਜਿਹੜੀ ਹੁਣ ਮੈਰਿਜ ਦਾ ਮੁੱਦਾ ਕਹਿੰਦਾ ਵੀ ਮੈਂ ਉਹਦੀ ਮੈਰਿਜ 'ਤੇ ਪੈਸੇ ਲਾਏ। ਮੈਰਿਜ ਦਾ ਇੱਦਾਂ ਸੀ, ਮਹੱਲੇ ਦੇ ਮੈਂ ਤੁਹਾਨੂੰ ਦੱਸਣ ਜਾਈ, ਸਾਡੇ ਚਾਚੇ ਤਾਏ, ਫੈਮਿਲੀ ਮੈਂਬਰ ਅਤੇ ਮੇਰੇ ਮਾਂ-ਬਾਪ ਅਸੀਂ ਬੈਠੇ ਹਾਂ। ਅਸੀਂ ਲੈਂਬਰ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ। ਇਹ ਕਹਿੰਦਾ ਨਾ, ਅਸੀਂ ਬੈਠੇ ਹਾਂ ਤੇ ਅਸੀਂ ਇਹ ਗੱਲ ਕੀਤੀ ਆਪਸੀ ਵਿੱਚ, ਮੇਰੇ ਮਾਂ-ਬਾਪ ਨੇ ਵੀ ਗੱਲ ਕੀਤੀ ਹੈ ਵੀ ਸਾਡੇ ਕੋਲ ਇੰਨਾ ਪੈਸਾ ਨਹੀਂ, ਚਲੋ ਮੁੰਡਾ ਸਾਨੂੰ ਬਹੁਤ ਵਧੀਆ ਲੱਭ ਗਿਆ ਵਾ, ਇੰਨਾ ਪੈਸਾ ਧੇਲਾ ਨਹੀਂ ਵੀ 2 ਬੰਦੇ ਸੱਦਦੇ ਆ ਜੋ ਗੁਰਦੁਆਰੇ ਲਾਵਾਂ ਕਰਾਉਂਦੇ ਆ ਤੇ ਕੁੜੀ ਤੋੜ ਦਿੰਦੇ ਆ। ਇੰਨੀ ਗੱਲ ਹੋਈ। ਉਹ ਕਹਿੰਦੇ ਚਾਚੀ ਜੀ, ਮੇਰੇ ਭਰਾ ਤਾਏ ਦੇ ਮੁੰਡੇ, ਚਾਚੀ ਦੇਖ ਲਓ, ਤੇ ਜੇ ਇੱਦਾਂ ਗੱਲ ਬਣਦੀ ਤਾਂ ਇੱਦਾਂ ਸਹੀ। 2 ਕੀ ਕਹਿੰਦੇ, ਉੱਥੇ ਤਾਂ ਕਿਸੇ ਦੀ ਲੋੜ ਹੀ ਨਹੀਂ, ਉੱਥੇ ਤਾਂ ਗੁਰਦੁਆਰੇ ਜਾਓ ਤਾਂ ਤੁਸੀਂ ਇਹਨਾਂ ਦੀਆਂ ਲਾਵਾਂ ਕਰਾਓ ਤਾਂ ਕੁੜੀ ਆਪਣੇ ਘਰ ਤੋਰੋ, ਕਿਉਂਕਿ ਉਹ ਵੀ ਕਹਿੰਦੇ ਸੀ ਸਾਨੂੰ ਕੋਈ ਚਾਹੀਦਾ ਹੀ ਨਹੀਂ। ਉਹਨਾਂ ਨੇ ਵੀ ਇੰਨੀ ਸੀ ਮੰਗ, ਸਾਨੂੰ ਨਹੀਂ ਕੋਈ ਚਾਹੀਦਾ, ਸਾਨੂੰ ਕੁੜੀ ਅੱਛੀ ਚਾਹੀਦੀ। ਜਿੱਥੇ ਰਾਜੇ ਇਹ ਗੱਲ ਹੋ ਗਈ ਆ, ਠੀਕ ਹੈ, ਮਤਲਬ ਉਹਨਾਂ ਨੇ ਪੈਸੇ ਨਹੀਂ ਲਗਾਏ? ਨਹੀਂ ਪੈਸੇ ਨਹੀਂ ਲਗਾਏ। ਉਹ ਵੀ ਮੈਂ ਤੁਹਾਨੂੰ ਦੱਸ ਰਹੀ, ਸਾਰੀ ਗੱਲ ਦੱਸੂਗੀ ਮੈਂ। ਇਹਦੀ ਛੋਟੀ ਇੱਕ ਗੱਲ ਸੁਣਨ ਵਾਲੀ ਹੈ ਜਿਹੜੀ ਮੈਂ ਤੁਹਾਨੂੰ ਦੱਸਦੀ ਹਾਂ। ਉਹਨਾਂ ਨੂੰ ਇਹਨੇ ਜਦੋਂ ਰਿਸ਼ਤਾ ਕੀਤਾ ਵਾ, ਜਦੋਂ ਜਿਹੜੇ ਕਪੂਰਥਲੇ ਵਾਲੇ ਆ ਰੋਮਾ ਦੇ ਹਸਬੈਂਡ, ਉੱਥੇ ਇਹਨੇ ਇਹ ਕਹਿਆ, ਉਹਨਾਂ ਦੀ ਕੀ ਥਿੰਕਿੰਗ ਸੀ ਕਪੂਰਥਲੇ ਵਾਲੇ ਦੀ, ਮੇਰੇ ਜੀਜਾ ਜੀ ਦੀ, ਜਿਨ੍ਹਾਂ ਦੀ ਮੈਰਿਜ ਰੋਮਾ ਦੇ ਨਾਲ ਹੋਈ ਹੈ। ਸਾਨੂੰ ਇਸ ਬਾਰੇ ਉਸ ਚੀਜ਼ਾਂ ਦਾ ਕੋਈ ਨਹੀਂ ਪਤਾ। ਸ਼ਾਇਦ ਉਹ ਇਸ ਬਿਹਾਵ 'ਤੇ ਮੰਨ ਗਏ ਹੋਗੇ ਵੀ ਲੈਂਬਰ ਆ, ਸ਼ਖਸੀਅਤ ਆ, ਕੱਲ੍ਹ ਤੱਕ ਪੰਜੀ ਨਹੀਂ ਲਾਈ ਕਿਸੇ ਚੀਜ਼ ਦੀ। ਇਹ ਬੰਦੇ ਨੇ ਇਹ ਸੇਵਾ ਕਰਾਉਂਦਾ ਰਿਹਾ ਉਹਨਾਂ ਕੋਲ ਜਾ ਕੇ, ਜਦੋਂ ਉਹਨਾਂ ਦੇ ਘਰ ਜਾਂਦਾ ਸੀ ਉਹਨੇ ਕਦੀ ਬੰਦੇ ਨੇ ਪੰਜੀ ਨਹੀਂ ਇਹਦੀ ਲਵਾਈ, ਠੀਕ ਹੈ ਜੀ।
ਰਹੀ ਗੱਲ ਜਿਹੜੇ ਪੈਸੇ ਲਵਾਉਣ ਦੀ ਗੱਲ ਆ, ਜਦੋਂ ਸਾਡੇ ਘਰ ਵਿੱਚ ਅਸੀਂ ਆਪਸੀ ਸਲਾਹ ਕੀਤੀ ਵੀ 2 ਬੰਦੇ ਕਰਦੇ ਆ, ਗੁਰਦੁਆਰੇ ਕਰਦੇ ਆ, ਅਸੀਂ ਇਹਨੂੰ ਵੀ ਫੋਨ ਕੀਤਾ, ਜਵਾਈ ਭਾਈ ਆ, ਵੱਡਾ ਭੈਣ ਦਾ ਘਰ ਵਾਲਾ ਵਾ, ਹਨਾ, ਮਾਂ-ਬਾਪ ਉਹਦੇ ਮਤਲਬ ਉਹਦੀ ਪਿੱਠ ਨਹੀਂ ਲੱਗਣ ਦਿੰਦੇ ਸੀ, ਮਾਂ-ਬਾਪ ਕਹਿੰਦੇ ਸੀ ਉਹਨੂੰ ਵੀ ਪੁੱਛੀਏ। ਅਸੀਂ ਇਹਦੇ ਕੋਲ ਬਕਾਇਦਾ, ਮੇਰੇ ਮਾਂ-ਬਾਪ ਜਲੰਧਰ ਆਏ ਆ, ਇਹਦੇ ਕੋਲ ਗੱਲ ਕੀਤੀ ਹੈ ਵੀ ਰਾਜੇ ਇੱਦਾਂ ਗੱਲ ਆ ਤੇ ਆਪਾਂ ਇੱਦਾਂ ਕੁੜੀ ਤੋਰ ਦੇਣੀ ਆ। ਇਹਨੇ ਉਦੋਂ ਵੀ ਜੀ ਆਪਣੀ ਛਵੀ, ਇਹ ਚਲਾਕੀਆਂ ਸ਼ੁਰੂ ਤੋਂ ਖੇਲਦਾ ਆਇਆ, ਇਹ ਸ਼ੁਰੂ ਤੋਂ ਚਲਾਕੀਆਂ ਖੇਲਦਾ ਆ। ਅੱਜ ਤੁਹਾਡੇ ਕੈਮਰਾ ਸਾਹਮਣੇ ਜਿੱਦਾਂ ਕਹਿੰਦਾ ਨਾ ਮੈਂ ਪੈਸੇ ਲਾਏ, ਇਹ ਚਲਾਕੀਆਂ, ਇਹ ਡਬਲ ਮਾਈਂਡਡ ਬੰਦਾ, ਬਹੁਤ ਤੇਜ਼ ਬੰਦਾ, ਸਾਈਕੋ ਕਿਸਮ ਦਾ ਬੰਦਾ ਹੈ। ਇਹ ਉਦੋਂ ਦੀਆਂ ਚਲਾਕੀਆਂ ਖੇਲਦਾ ਆ ਵੀ ਮੈਂ ਆਪਣੀ ਇਮੇਜ ਬਣਾਉਂਗਾ ਵੀ ਇਹ ਚੀਜ਼ਾਂ ਦੀ ਮੈਨੂੰ ਲੋੜ ਪੈ ਸਕਦੀ ਹੈ। ਇਹ ਬਹੁਤ ਹਰਾਮੀ ਬੰਦਾ। ਉਦੋਂ ਹੀ ਇਹ ਬੰਦੇ ਨੇ, ਜਦੋਂ ਅਸੀਂ ਜਲੰਧਰ ਆਏ ਆ, ਮੇਰੇ ਮੰਮੀ ਪਾਪਾ ਆਏ ਆ, ਮੇਰੇ ਤਾਏ ਦਾ ਬੇਟਾ ਵੀ ਆਇਆ, ਉਦੋਂ ਇਹਨਾਂ ਗੱਲ ਹੋਈ ਆ ਸਾਰੀ ਵੀ ਇੱਦਾਂ ਗੱਲ ਆ ਵੀ ਆਪਾਂ 2 ਬੰਦਿਆਂ 'ਚ ਉੱਥੇ ਕਰਕੇ ਕਰ ਦਿੰਦੇ, ਪਰ ਭਾਜੀ ਤੁਹਾਡੀ ਵੀ ਨਹੀਂ ਕੋਈ ਲੋੜ ਆ ਵੀ ਆਪਾਂ 1 ਰੁਪਈਆ ਨਹੀਂ ਲਾਉਣਾ। ਇਹ ਬੰਦੇ ਨੇ ਰਾਜੇ ਆਪਣੀ ਇਮੇਜ ਬਣਾਉਣ ਲਈ ਕਹਿੰਦਾ ਨਹੀਂ ਐਦਾਂ ਕਿੱਦਾਂ ਹੋ ਜਾਊਗਾ, ਐਦਾਂ ਕਿੱਦਾਂ ਹੋ ਜਾਊਗਾ ਮੰਮੀ, ਐਦਾਂ ਕਿੱਦਾਂ ਹੋ ਜਾਊਗਾ, ਮੈਂ ਤੁਸੀਂ ਵਿਆਹ ਰੱਖੋ। ਆਪਾਂ ਵਿਆਹ ਵੀ ਇਹਨੇ ਮਹਾਰਾਜਾ ਪੈਲਸ 'ਚ ਵਿਆਹ ਕੀਤਾ, ਇਹਨੇ ਆਪਣੀਆਂ ਗੱਲਾਂ ਨਾਲ। ਮੇਰੀ ਮਾਂ ਕਵੇ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਕਰਨੀ ਵੀ ਰਾਜੇ ਆਪਾਂ ਇਦਾਂ ਗੁਰਦੁਆਰੇ ਤੋੜ ਦੇਣਾ। ਇਹ ਕਹਿੰਦਾ ਇਦਾਂ ਹੋ ਹੀ ਨਹੀਂ ਸਕਦਾ, ਬਰਾਤ ਸੱਦਾਂਗੇ, ਵਧੀਆ ਵਿਆਹ, ਪ੍ਰੋਪਰ ਵਿਆਹ ਕਰਾਂਗੇ, ਵਧੀਆ ਢੰਗ ਨਾਲ ਕਰਾਂਗੇ, ਮੈਂ ਬੈਠਾ। ਇਹ ਉਦੋਂ ਇਦਾਂ ਛਾਤੀ ਤੇ ਹੱਥ ਮਾਰਦਾ ਸੀ ਵੀ ਮੈਂ ਬੈਠਾ, ਮੈਂ ਇਹਨਾਂ ਦਾ ਸਾਰਾ ਕੁਝ। ਅੱਜ ਜਿਹੜਾ ਇਹ ਕਹਿੰਦਾ ਨਾ ਮੈਂ ਪੈਸੇ ਲਾਏ, ਇਹ ਇਦਾਂ ਛਾਤੀ ਤੇ ਹੱਥ ਮਾਰਦਾ ਸੀ ਉਸ ਟਾਈਮ। ਤੇ ਜਦੋਂ ਇਹ ਵਿਆਹ ਰੱਖਿਆ ਗਿਆ ਤੇ ਇਹਨੇ ਫਟਾਫਟ ਜਾ ਕੇ ਮਹਾਰਾਜਾ ਪੈਲਸ ਬੁੱਕ ਕਰ ਲਿਆ ਕਰਤਾਰਪੁਰ ਦਾ। ਉਹ ਬੁੱਕ ਕਰ ਲਿਆ ਤਾਂ ਸਾਨੂੰ ਤਾਂ ਵੀ ਬੜਾ ਸ਼ੌਕ ਲੱਗਾ। ਮੰਮੀ ਮੇਰੇ ਕਹਿਣ, ਪਿਓ ਮੇਰਾ ਕਵੇ ਵੀ ਤੁਸੀਂ ਇਹ ਕੰਮ ਬੇਟੇ ਕਿਉਂ ਕਰਦੇ ਪਏ ਆ, ਵੀ ਜਦ ਆਪਾਂ ਕੋਈ ਇੰਨੀ ਕਪੈਸਿਟੀ ਨਹੀਂ ਹੈਗੀ ਤੂੰ ਇਹ ਕੰਮ ਕਿਉਂ ਕਰਦਾ। ਕਰਤਾਰਪੁਰ ਦੇ ਵਿੱਚ ਸਾਡਾ ਮੰਦਿਰ ਆ, ਉੱਥੇ ਮੰਮੀ ਨੇ ਕਿਹਾ ਵੀ ਜੇ ਤੂੰ ਕਰਨਾ ਹੀ ਆ ਰਾਜੇ ਉੱਥੇ ਮਾੜਾ ਮੋਟਾ ਚਾਹ ਪਾਣੀ ਦਾ ਅਰੇਂਜਮੈਂਟ ਰੱਖ ਲੈਂਦੇ, ਜੇ ਤੂੰ ਦੇਖਣਾ ਹੀ ਹੈ ਵੀ ਸਮਾਜ 'ਚ ਤੂੰ ਕਰਦਾ ਪਿਆ, ਕਿਉਂਕਿ ਸਾਰਿਆਂ ਨੂੰ ਪਤਾ ਸੀ ਇਹਦੀ ਔਕਾਤ ਦਾ ਵੀ ਕਿੱਦਾਂ ਦਾ ਬੰਦਾ। ਜੇ ਤੂੰ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਤਾਂ ਤੂੰ ਉੱਥੇ ਦਿਖਾ, ਹੈਨਾ, ਵੀ ਤਾਂ ਵੀ ਉੱਥੇ ਤੂੰ ਮੌਜੂਦ ਹੀ ਹੋਣਾ ਵਾ, ਤੂੰ ਹੀ ਮੌਜੂਦ ਹੋਣਾ ਵੀ ਤੂੰ ਹੀ ਕਰਦਾ ਪਿਆ, ਤੈਨੂੰ ਹੀ ਅਸੀਂ ਅੱਗੇ ਕਰਨਾ ਵਾ ਤੇ ਉੱਥੇ ਤੂੰ ਕਰ ਦੇ। ਨਹੀਂ ਮੈਂ ਮਹਾਰਾਜਾ ਪੈਲਸ ਕਰਨਾ, ਫਲਾਨਾ ਕਰਨਾ। ਸਾਡੀ ਇਹ 'ਚ ਕੋਈ ਰਜਾਮੰਦੀ ਨਹੀਂ ਸੀ। ਤੂੰ ਉੱਥੇ ਚਿਕਨ ਬਣਾ, ਤੂੰ ਉੱਥੇ ਫਿਸ਼ ਕਰ, ਤੂੰ ਉੱਥੇ ਆਹ ਕਰ। ਇਹਨੇ ਜੋ ਵੀ ਕੀਤਾ ਜੀ ਆਪ ਕੀਤਾ, ਆਪਣੇ ਬਲਬੂਤੇ ਤੇ ਪੈਸੇ ਲਾਏ, ਆਪਣੀ ਇਮੇਜ ਬਣਾਉਣ ਲਈ ਪੈਸੇ ਲਾਏ, ਤਾਂ ਉਹ ਕੁੜੀ ਤੋਰੀ। ਠੀਕ ਹੈ ਜੀ, ਇਹ ਰਹੀ ਰੋਮਾ ਦੀ ਗੱਲ। ਛੋਟੀ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਮੈਂ 20,000 'ਚ ਕੀਤਾ, ਇਹ ਉਹਦੇ ਵਿਆਹ ਤੇ ਨਹੀਂ ਬੜਿਆ ਸੀਗਾ, ਉਹ ਵੀ ਤੁਹਾਨੂੰ ਮੈਂ ਦੱਸ ਦਿੱਤਾ। ਠੀਕ ਹੈ, ਹੁਣ ਰਹੀ ਆ ਗੱਲ ਮੇਰੀ ਜਿਹੜੀ 5 ਲੱਖ ਦੀ, ਉਹ ਵੀ ਤੁਹਾਨੂੰ ਮੈਂ ਸਾਰਾ ਕਲੀਅਰ ਕਰ ਦਿੱਤਾ ਕਿ ਮੈਂ ਇਹਨੂੰ ਸਾਰੇ ਪੈਸੇ ਦੇ ਚੁੱਕੀ ਹਾਂ। ਇਹਨੇ ਪਤਾ ਨਹੀਂ ਉੱਥੇ 1.5 ਲੱਖ 'ਚ ਰਾਜੇ, ਅੱਜ ਵੀ 1.5 ਲੱਖ 'ਚ ਉੱਥੇ ਕੁੜੀਆਂ ਜਾਂਦੀਆਂ ਸਾਈਪ੍ਰਸ। 1.5 ਲੱਖ ਰੁਪਏ 'ਚ ਤੁਸੀਂ ਜਿੱਥੇ ਮਰਜ਼ੀ ਕਰ ਲਓ, ਬੜੀ ਹੱਦ ਜੇ ਏਜੰਟ ਲੈਂਦੇ ਹੋਗੇ, ਰੱਖ ਲੈਂਦੇ ਹੋਗੇ, 2-2.5 ਲੱਖ ਕਰ ਲੈਂਦੇ ਹੋਗੇ। ਇਹ 5 ਲੱਖ ਦਾ ਦਾਵਾ ਕੀਤਾ, ਕੁੜੀ ਨੂੰ ਰੋਜ਼ ਤੰਗ ਕਰਦਾ ਹੀ, ਇਹਦੀ ਪਾਈ ਅਸੀਂ ਚੁਕਾ ਦਿੱਤੀ। ਹੁਣ ਤੁਸੀਂ ਮੈਨੂੰ ਦੱਸੋ ਹੋਰ ਇਹ ਕਿਹੜੇ ਪੈਸੇ ਕਹਿੰਦਾ ਵਾ ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਉੱਤੇ ਕਿਉਂ ਇਲਜ਼ਾਮ ਬਾਰ-ਬਾਰ ਲਗਾਉਂਦੇ ਕਿ ਜੋ ਤੁਸੀਂ ਨਾ ਨੁਕਰਨਾਂ ਨੂੰ ਕੀਤੀ ਹੈ ਉਸ ਗੱਲ ਨੂੰ, ਜਾਂ ਕੁਝ ਹੋਰ ਗੱਲਾਂ ਨੇ? ਜੀ ਐਕਚੁਅਲੀ ਰਾਜੇ ਮੈਂ ਤੇਰੇ ਸਵਾਲ ਦਾ ਜਵਾਬ ਬੜੇ ਅੱਛੇ ਤਰੀਕੇ ਨਾਲ ਦਊਂਗੀ। ਕਹਿੰਦੇ ਹੁੰਦੇ ਆ ਨਾ, ਭੋਲੇ ਬੰਦੇ ਨੂੰ ਹਰ ਕੋਈ ਢਾਹ ਲੈਂਦਾ, ਹੈਨਾ। ਜਿਹੜਾ ਬੰਦਾ ਸਿਰ ਚੁੱਕਣ ਵਾਲਾ ਹੁੰਦਾ ਉਹਨੂੰ ਤੁਸੀਂ ਢਾਹ ਨਹੀਂ ਸਕਦੇ। ਉਹਨੂੰ ਤੁਸੀਂ ਢਾਹ ਉਸ ਟਾਈਮ ਤੇ ਸਕਦੇ ਆ ਜਿਸ ਟਾਈਮ ਉਹਦੇ ਕੋਲ ਕੁਝ ਹੈ ਨਹੀਂ, ਉਹ ਤੁਹਾਡੇ ਸਾਹਮਣੇ ਹੱਥ ਜੋੜ ਲੈਂਦਾ। ਜਦੋਂ ਤੁਹਾਨੂੰ ਸਪੋਰਟ ਹੋ ਜਾਂਦੀ, ਮੈਨੂੰ ਪੈਸੇ ਦੀ ਸਪੋਰਟ ਨਹੀਂ ਚਾਹੀਦੀ ਸੀ, ਮੈਨੂੰ ਆਪਣੇ ਭੈਣ ਭਰਾਵਾਂ ਦੀ ਸਪੋਰਟ ਚਾਹੀਦੀ ਸੀ ਕਿ ਇਹ ਜੋ ਸਾਡੇ ਨਾਲ ਕੁਝ ਕਰ ਰਿਹਾ, ਜੋ ਗੰਦੀਆਂ ਹਰਕਤਾਂ ਕਰ ਰਿਹਾ, ਗੰਦੇ ਕਮੈਂਟ ਕਰਦਾ ਪਿਆ, ਜੋ ਇਹਦੇ ਜਨਾਨੀਆਂ ਨਾਲ ਰਿਲੇਸ਼ਨ ਆ, ਇਹਦਾ ਦਿਲ ਹੀ ਨਹੀਂ ਭਰਦਾ। ਉਹ ਮੈਂ ਕਹਿੰਦੀ ਸੀ ਮੈਨੂੰ ਸਪੋਰਟ ਹੋਵੇ। ਉਹ ਸਪੋਰਟ ਕਿੱਦਾਂ ਚਾਹੀਦੀ ਸੀ? ਮੈਨੂੰ ਲੋਕਾਂ ਦੀ ਸਪੋਰਟ ਨਹੀਂ ਚਾਹੀਦੀ ਸੀ, ਕਿਸੇ ਦੀ ਸਪੋਰਟ ਨਹੀਂ ਚਾਹੀਦੀ ਸੀ, ਉਹ ਸਪੋਰਟ ਚਾਹੀਦੀ ਸੀ ਮੈਨੂੰ ਆਪਣੀ ਸਿਸਟਰ ਦੀ। ਜੇ ਇਹ ਆਵਾਜ਼ ਇਹਨੇ ਅੱਜ ਚੁੱਕੀ ਆ ਤਾਂ ਤੁਹਾਡੇ ਲੋਕਾਂ ਸਾਹਮਣੇ ਸਾਰਾ ਕੁਝ ਜ਼ਾਹਰ ਹੋ ਗਿਆ। ਠੀਕ ਹੈ ਜੀ, ਇਹ ਗੱਲ ਰਹੀ ਇੱਥੇ। ਤੇ ਗੱਲ ਇਹ ਆ ਕਿ ਜਿਹੜੇ ਹੁਣ ਕਹਿੰਦਾ ਵਾ ਇਹ ਮੇਰੇ ਤੇ ਇਦਾਂ ਕਰਦੀਆਂ ਵਾ, ਮੇਰੇ ਪਿੱਛੇ ਬਹੁਤ ਪਿਆ ਹੋਇਆ ਵਾ, ਮਤਲਬ ਇਹਦੀ ਤਾਂ ਮੇਰੀ ਫਾਈਟ ਆ ਮੇਨ। ਇਹ ਮੇਰਾ ਹੀ ਨਾਂ ਲੈਂਦਾ, ਜੋ ਵੀ ਕਹਿੰਦਾ ਉਹ ਰਜਨੀ ਨੇ ਕੀਤਾ, ਰਜਨੀ ਨੇ ਕੀਤਾ। ਤੁਸੀਂ ਸਾਰੀਆਂ ਇੰਟਰਵਿਊਆਂ 'ਚ ਦੇਖਦੇ ਆ ਵੀ ਰਜਨੀ ਨੇ ਕੀਤਾ। ਰਜਨੀ ਕੋਈ ਐਡੀ ਜੱਜ ਨਹੀਂ ਲੱਗੀ ਹੈਗੀ ਵੀ ਜਿਹੜਾ ਰਜਨੀ ਸਾਰਾ ਕੁਝ ਕਰਦੀ ਹੈ। ਮੈਂ ਕਿਸੇ ਦੇ ਮਾਈਂਡ ਵਾਸ਼ ਨਹੀਂ ਕਰ ਸਕਦੀ, ਮੈਂ ਬੱਚਿਆਂ ਦੇ ਮਾਈਂਡ ਵਾਸ਼ ਨਹੀਂ ਕਰਦੀ, ਮੈਂ ਸਿਸਟਰ ਦੇ ਮਾਈਂਡ ਵਾਸ਼ ਨਹੀਂ ਕਰਦੀ। ਅਸੀਂ ਪ੍ਰੈਸ ਕਾਨਫਰੰਸ ਸੱਦਣੀ ਹੈ, ਉਦਣ ਤੁਸੀਂ ਦੇਖਿਓ ਵੀ ਰਜਨੀ ਕੀ ਕਰਦੀ, ਕੀ ਕੀਤਾ ਰਜਨੀ ਨੇ। ਜਦੋਂ ਤੁਹਾਡੇ ਕੋਲ ਸਾਹਮਣੇ ਸਬੂਤ ਆ ਚੁੱਕੇ ਆ ਗਏ ਨਾ, ਤੁਸੀਂ ਉਦੋਂ ਦੇਖਿਓ ਬੇਰਜਨੀ। ਚੱਲ ਜੇ ਅੱਜ ਦੇ ਹੁਣ ਭੈਣ ਨੂੰ ਚੁੱਕ ਸਕਦੀ ਹੈ, 3-4 ਦਿਨਾਂ 'ਚ ਚੁੱਕ ਸਕਦੀ ਹੈ, ਜਿੱਦਣ ਦੀ ਫਾਈਟ ਹੋ ਰਹੀ ਹੈ।
ਇਹ ਪੁਰਾਣੀਆਂ ਜਿਹੜੀਆਂ ਗੱਲਾਂ ਵਾ ਬੇਰਜਨੀ ਉਦੋਂ ਦੀ ਚੁੱਕਦੀ ਆਈ ਹੈ। ਤੁਸੀਂ ਮੈਨੂੰ ਉਦੋਂ ਦੱਸਿਓ, ਉਦੋਂ ਇਹ ਮੈਨੂੰ ਸਵਾਲ ਪੁੱਛਿਓ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਰਜਨੀ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਇਸ ਇਨਸਾਨ ਨਾਲ ਰਜਨੀ ਜੀ ਔਰ ਦੱਸ ਰਹੇ ਸੀ ਕਿ ਪੂਰਾ ਵਾਕਿਆ ਕੀ ਹੈ, ਪੂਰਾ ਮਾਮਲਾ ਕੀ ਹੈ ਔਰ ਕਦੋਂ ਤੋਂ ਕੀ ਪ੍ਰੋਬਲਮ ਸ਼ੁਰੂ ਹੋਈਆਂ, ਕਦੋਂ ਤੋਂ ਇਹਨਾਂ ਨੂੰ ਜਿਨ੍ਹਾਂ ਤੇ ਤੁਸੀਂ ਸੁਣਿਆ ਹੈ ਕਿ ਲੈਂਬਰ ਹੋਣਾ ਤੇ ਐਕਿਊਜ਼ੇਸ਼ਨ ਜਿਹੜੇ ਹੈ ਅਕਿਊਜ਼ ਕਰ ਰਹੇ ਉਹਨਾਂ ਨੂੰ ਕਿ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਗੱਲਾਂ ਬਾਤਾਂ, ਉਹਨਾਂ ਦੀ ਛੋਟੀ ਭੈਣ ਨਾਲ ਵੀ ਉਹਨਾਂ ਨੂੰ ਗਲਤ ਕਮੈਂਟਿੰਗ ਜਿਹੜੀ ਕਰਦੇ ਰਹੇ ਔਰ ਅੱਜ ਇੱਥੇ ਤੱਕ ਨੌਬਤ ਪਹੁੰਚ ਗਈ ਸੀ ਕਿ ਜ਼ਿਆਦਾ ਲੜਦੇ ਸੀਗੇ ਲੈਂਬਰ, ਆਪਣੀ ਵਾਈਫ ਦੇ ਨਾਲ ਆਪਣੇ ਬੱਚਿਆਂ ਨੂੰ ਮਾਰਦੇ ਹੁੰਦੇ ਸੀ। ਸੋ ਇਹਨਾਂ ਨੂੰ ਹਾਰ ਕੇ ਜਿਹੜਾ ਹੈ ਆਪਣਾ ਉਹਨਾਂ ਦਾ ਸਾਹਮਣਾ ਕਰਨਾ ਪਿਆ ਔਰ ਉੱਥੋਂ ਜਿਹੜੀ ਇਹ ਗੱਲ ਜ਼ਿਆਦਾ ਵੱਧ ਗਈ ਹੈ। ਸੋ ਕੁਝ ਦਿਨਾਂ ਦੇ ਵਿੱਚ ਲੈਂਬਰ ਹੁਸਨਪੁਰ ਦੀ ਵਾਈਫ, ਉਹਨਾਂ ਦੀ ਸਿਸਟਰ ਇਨ ਲਾਅ ਜਿਹੜੇ ਹੈ ਪ੍ਰੈਸ ਕਾਨਫਰੰਸ ਕਰਨਗੇ, ਉਸ ਦੇ ਵਿੱਚ ਪੂਰੇ ਜਿਹੜੇ ਪ੍ਰੂਫ ਕਹਿ ਰਹੇ ਹੋ ਲੈ ਕੇ ਆਉਣਗੇ। ਉਸ ਤੋਂ ਬਾਅਦ ਤੁਸੀਂ ਸਭ ਨੇ ਵੀ ਦੇਖਣੇ ਹੈ ਕਿ ਕੀ ਪ੍ਰੂਫ ਹੈਗੇ ਆ, ਤੁਸੀਂ ਆਪਣੇ ਹਿਸਾਬ ਨਾਲ ਜੱਜ ਕਰਨਾ ਔਰ ਜੋ ਇਹਨਾਂ ਦੀ ਡਿਮਾਂਡ ਹੈ, ਜੋ ਇਹ ਚਾਹੁੰਦੇ ਨੇ ਉੱਥੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਪ੍ਰੂਫ ਨੂੰ ਦੇਖਣ ਤੋਂ ਬਾਅਦ ਜਿਹੜੀ ਹੈ ਉਹ ਬਿਲਕੁਲ ਉਹ ਮਾਮਲੇ ਸੋਲਵ ਹੋਣਗੇ। ਸੋ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ ਨਾਲ। ਸਤਿ ਸ਼੍ਰੀ ਅਕਾਲ। ਗਾਇਕ ਲੈਂਬਰ ਹੁਸਨਪੁਰੀ ਦਾ ਪਿਛਲੇ 2-3 ਦਿਨ ਤੋਂ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਵਿੱਚ ਲੜਾਈ ਦਾ ਇੱਕ ਮਾਮਲਾ ਜਿਹੜਾ ਹੈ ਭਖਿਆ ਹੋਇਆ ਹੈ। ਬਹੁਤ ਸਾਰੀ ਗੱਲਾਂ ਜਿਹੜੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ, ਉਹਨਾਂ ਦੇ ਜਿਹੜੇ ਪਤਨੀ ਨੇ, ਸਾਲੀ ਨੇ, ਜੋ ਸਿਸਟਰ ਇਨ ਲਾਅ ਨੇ ਉਹਨਾਂ ਦੇ ਬੱਚੇ, ਉਹ ਵੀ ਬਹੁਤ ਕੁਝ ਜਿਹੜੇ ਹੈ ਖੁਲਾਸੇ ਕਰ ਰਹੇ ਨੇ ਔਰ ਲੈਂਬਰ ਹੁਸਨਪੁਰੀ ਬਿਲਕੁਲ ਹੀ ਆਪਣੀ ਉਸ ਤੋਂ ਅਲੱਗ ਸਟੇਟਮੈਂਟਸ ਦੇ ਰਹੇ ਨੇ। ਸਾਡੇ ਨਾਲ ਇਸ ਵੇਲੇ ਲੈਂਬਰ ਹੁਸਨਪੁਰੀ ਦੀ ਸਿਸਟਰ ਇਨ ਲਾਅ ਰਜਨੀ ਜੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਬਾਰ-ਬਾਰ ਲੈਂਬਰ ਹੁਣੀ ਰਜਨੀ ਜੀ ਦਾ ਨਾਮ ਲੈ ਰਹੇ ਹੈ ਕਿ ਉਹ ਕਹਿੰਦੇ ਕਿ ਮੈਂ ਆਪਣੀ ਵਾਈਫ ਬਾਰੇ ਕੁਝ ਨਹੀਂ ਬੋਲਣਾ ਔਰ ਨਾ ਹੀ ਮੈਨੂੰ ਆਪਣੀ ਵਾਈਫ ਤੋਂ ਕੋਈ ਸ਼ਿਕਾਇਤ ਹੈ, ਬਸ ਮੇਰੀ ਜੋ ਸਿਸਟਰ ਇਨ ਲਾਅ ਹੈ ਉਹ ਸਾਰੀ ਪ੍ਰੋਬਲਮ ਜਿਹੜੀ ਕ੍ਰੀਏਟ ਕਰੀ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਰਜਨੀ ਜੀ ਜਿਹੜੇ ਇਲਜ਼ਾਮ ਤੁਹਾਡੇ ਤੇ ਲੈਂਬਰ ਹੁਸਨਪੁਰੀ ਲਗਾ ਰਹੇ ਨੇ ਉਸ ਤੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਇਲਜ਼ਾਮ ਲਗਾਉਣ ਨੂੰ ਜਿਹੜੇ ਮਰਜ਼ੀ ਲਗਾਈ ਜਾਣ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ, ਮੀਡੀਆ ਸਾਹਮਣੇ ਗੱਲ ਨਿਬੜੂਗੀ। ਜੋ ਵੀ ਸਾਡੇ ਕੋਲ ਪ੍ਰੂਫ ਹੈਗੇ, ਜੋ ਕੁਛ ਹੈਗਾ ਉਹ ਸਾਰੇ ਅਸੀਂ ਇਲਜ਼ਾਮ ਦਰਕਰਾਰ ਕਰਾਂਗੇ। ਠੀਕ ਹੈ। ਪ੍ਰੂਫ ਦੀ ਤੁਸੀਂ ਗੱਲ ਕਰ ਰਹੇ ਹੋ ਹੈ ਨਾ, ਮੈਂ ਤੁਹਾਡੀ ਭੈਣ ਦੇ ਨਾਲ ਇੰਟਰਵਿਊ ਹੋ ਰਹੀ ਸੀ ਰੋਜ਼ੀ ਦੇ ਨਾਲ, ਉਹਨਾਂ ਨਾਲ ਵੀ ਗੱਲ ਕੀਤੀ ਕਿ ਤੁਹਾਡੀ ਸਿਸਟਰ ਕਹਿ ਰਹੀ ਕਿ ਸਾਡੇ ਕੋਲ ਪ੍ਰੂਫ ਹੈ। ਉਹ ਪ੍ਰੂਫ ਕਿਸ ਤਰ੍ਹਾਂ ਦੇ ਹੈਗੇ ਆ, ਕਿਹੜੇ ਮਾਮਲਿਆਂ ਨੂੰ ਲੈ ਕੇ ਪ੍ਰੂਫ ਹੈਗੇ ਜੋ ਤੁਸੀਂ ਸਾਰਿਆਂ ਸਾਹਮਣੇ ਰੱਖੋਗੇ? ਸਿਸਟਰ, ਫਿਲਹਾਲ ਮੈਂ ਉਹ ਪ੍ਰੂਫ ਨਹੀਂ ਦੱਸ ਸਕਦੀ। ਤੁਸੀਂ 3-4 ਦਿਨ ਵੇਟ ਕਰੋ, ਅਸੀਂ ਪ੍ਰੈਸ ਕਾਨਫਰੰਸ ਕਰਾਂਗੇ, ਉਹਦੇ ਵਿੱਚ ਲੈਂਬਰ ਸੱਦਾਂਗੇ, ਰਜਨੀ ਜੈਨ ਸੱਦਾਂਗੇ, ਉਹਦੇ ਵਿੱਚ ਗੱਲ ਸਾਰੀ ਕਲੀਅਰ ਹੋ ਜਾਊਗੀ। ਨਹੀਂ, ਉਹ ਪ੍ਰੂਫ ਕਿਸ ਰਿਲੇਟਡ ਹੈ, ਮੈਂ ਉਹੀ ਗੱਲ ਪੁੱਛ ਰਹੀ ਹਾਂ। ਮੈਂ ਇਹ ਨਹੀਂ ਕਹਿ ਰਹੀ ਇਸ ਵੇਲੇ ਪ੍ਰੂਫ ਦਿਖਾਓ, ਪ੍ਰੂਫ ਕਿਸ ਰਿਲੇਟਡ ਹੈਗੇ? ਉਹਨਾਂ ਦੀ ਕੋਈ ਪਰਸਨਲ ਲਾਈਫ ਨਾਲ ਰਿਲੇਟਡ ਹੈ ਜਾਂ ਕੁਝ ਜਿਹੜੀ ਟ੍ਰਾਂਜੈਕਸ਼ਨ ਜਾਂ ਜਿਹੜੀ ਗੱਲਾਂ ਕਰਦੇ ਕਿ ਪੈਸੇ ਮੇਰੇ ਜਿਹੜੇ ਹੈ ਸਾਲੇ ਨੇ ਲਿੱਤੇ ਹੋਏ ਆ, ਮੇਰੇ ਤੋਂ ਪੈਸੇ ਵਾਪਸ ਨਹੀਂ ਕਰਦੇ, ਮੈਂ ਇਹਨਾਂ ਤੋਂ ਪੈਸੇ ਮੰਗੇ ਤਾਂ ਮੇਰੇ ਨਾਲ ਲੜਦੀਆਂ ਨੇ, ਤਾਂ ਇਹਨਾਂ ਨੇ ਮੈਨੂੰ ਉਸ ਦਿਨ ਕੁੱਟਿਆ? ਦੇਖੋ ਜੀ, ਰਿਸ਼ਤੇਦਾਰੀਆਂ 'ਚ ਨਾ ਇਹਨੂੰ ਦੇਣ ਦਾ ਪ੍ਰੂਫ ਪੈਸੇ ਸਾਨੂੰ, ਨਾ ਸਾਡੇ ਕੋਲ ਲੈਣ ਦਾ ਪ੍ਰੂਫ। ਠੀਕ ਹੈ। 5 ਲੱਖ ਰੁਪਏ ਇਹਨੇ ਲਾਇਆ। ਜੇ ਇਹ ਕਹਿ ਰਿਹਾ ਨਾ ਮੈਂ ਇਹਨੂੰ ਸਾਈਪਰਸ ਭੇਜਿਆ, ਇਹਨੇ 5 ਲੱਖ ਰੁਪਏ ਜ਼ਰੂਰ ਲਗਾਇਆ, ਪਰ ਮੈਂ ਇੱਕ ਇਹਦੀ ਪਾਈ ਮੋੜਦੀ ਰਹੀ। ਜਿੱਦਾਂ ਮੈਂ ਆਪਣੀ ਸਿਸਟਰ ਨੂੰ ਪੈਸੇ ਭੇਜਦੀ ਰਹੀ, ਇਹ ਹੈਂਡ ਟੂ ਹੈਂਡ ਇਹਨੂੰ ਪੈਸੇ ਦਿੰਦੇ ਰਹੇ। ਉਹ ਚੀਜ਼ਾਂ ਦੇ ਇੱਕੋ ਪ੍ਰੂਫ ਹੈ ਨਹੀਂ, ਤੇ ਇਹ ਸਾਡੇ ਤੇ ਐਲੀਗੇਸ਼ਨ ਲਾ ਸਕਦਾ ਵੀ ਸਾਡੇ ਕੋਲ ਹੈ ਨਹੀਂ। ਗੱਲ ਕਲੀਅਰ, ਇਹ ਪ੍ਰੂਫ ਲੈ ਕੇ ਆਵੇ। ਇਹ ਜੇ ਕਹਿੰਦਾ ਨਾ ਜੇ ਮੈਂ ਇਹਨਾਂ ਨੂੰ ਪੈਸੇ ਦਿੱਤੇ ਆ, ਮੇਰੇ ਤੇ ਲਾਏ ਆ, ਇਹ ਪ੍ਰੂਫ ਲੈ ਕੇ ਆਵੇ ਉਹ ਚੀਜ਼ਾਂ ਦੇ। ਠੀਕ ਹੈ ਜੀ, ਕਿਉਂਕਿ ਅਸੀਂ ਕਲੀਅਰ ਕਰ ਦਿੱਤੇ ਆ ਪੈਸੇ ਜੇ ਇਹਨੇ ਲਾਏ ਸੀ। ਮੈਂ ਇਹ ਨਹੀਂ ਮੁੱਕਰਦੀ ਹੈਗੀ ਵੀ ਇਹਨੇ ਨਹੀਂ ਲਾਏ। ਫਿਲਹਾਲ ਤੁਸੀਂ ਇਹ ਵੀ ਗੱਲ ਦੇਖੋ, ਸਾਈਪਰਸ ਜਾਣ ਲਈ 5 ਲੱਖ ਰੁਪਇਆ ਨਹੀਂ ਲੱਗਦਾ। ਅੱਜ ਵੀ ਤੁਸੀਂ ਚੈੱਕ ਕਰਵਾ ਲਓ, ਸਿਰਫ 1.5-2 ਲੱਖ ਮੈਕਸਿਮਮ ਇੰਨੇ ਪੈਸੇ ਲੱਗਦੇ। ਇਹ 5 ਲੱਖ ਰੁਪਇਆ ਇਹ ਕਿਸ ਵਿਹਾਵ ਤੇ ਕਹਿੰਦਾ? ਔਰ ਦੂਸਰੀ ਗੱਲ ਆ ਸਿਸਟਰ, ਜੇ ਇਹ ਕਹਿੰਦਾ ਸੀ ਨਾ ਸਾਈਪਰਸ ਜਾਣ ਲਈ ਮੈਨੂੰ ਭੇਜੇ, ਇਹਨੇ ਸਿਰਫ ਇੱਕ ਹੀ ਗੱਲ ਕੀਤੀ ਸੀ, ਸਾਨੂੰ ਬਾਹਰਲੀਆਂ ਕੰਟਰੀਆਂ ਬਾਰੇ ਕੁਝ ਨਹੀਂ ਪਤਾ, ਇੱਦਾਂ ਦਾ ਸਾਨੂੰ ਕੋਈ ਨੌਲੇਜ ਨਹੀਂ ਸੀ। ਇਹਨੇ ਦਿਨਾਂ 'ਚ ਹੀ ਪਾਸਪੋਰਟ ਬਣਾਇਆ, ਮੇਰਾ ਤਾਂ ਮੇਰੀ ਸਿਸਟਰ ਦਾ, ਕੈਨੇਡਾ ਵਾਲੀ ਦਾ, ਰੋਮਾ ਸਿਸਟਰ ਦਾ ਕੈਨੇਡਾ ਵਾਲੀ ਦਾ ਪਾਸਪੋਰਟ ਬਣਾਇਆ, ਮੇਰਾ ਪਾਸਪੋਰਟ ਬਣਾਇਆ। ਸਾਡੇ ਪਾਸਪੋਰਟ ਦੋਨਾਂ ਦੇ ਇਹਨਾਂ ਨੇ ਇਕੱਠੇ ਨੂੰ ਇਸ਼ੂ ਕੀਤੇ ਸੀ। ਗੱਲ ਇਹ ਹੋਈ ਸੀ, ਇਹ ਕਹਿੰਦਾ ਸੀ ਚਲੋ ਤੁਸੀਂ ਗਰੀਬ ਖਾਨਦਾਨ ਦੇ ਆ, ਤੁਸੀਂ ਆਪਣਾ ਖਰਚਾ ਵਰਚਾ ਚੁੱਕੋਗੇ, ਆਪਣਾ ਘਰ ਚਲਾ ਸਕਦੇ ਆ, ਆਪਣੇ ਮਾਂ-ਬਾਪ ਨੂੰ ਦੇਖਾਂਗੇ। ਇਹਨੇ ਘੱਟ ਉਹੀ ਗੱਲ ਮੜੀ ਆ ਕੇ ਸਾਡੇ ਮਾਂ-ਬਾਪ ਕੋ ਕਹਿਣ ਲੱਗ ਪਿਆ ਜੀ ਮੈਨੂੰ ਸਾਈਪਰਸ ਭੇਜਣਾ, ਇੱਦਾਂ ਇੱਥੇ ਬਿੰਦੂ ਨਾਮ ਦੀ ਕੁੜੀ ਹੈ, ਜਲੰਧਰ ਦੀ ਕੁੜੀ ਹੈ, ਜੋ ਇਸ ਟਾਈਮ ਸਾਈਪਰਸ ਦੇ ਵਿੱਚ ਆ, ਸ਼ਾਇਦ ਹੈ ਚਾਹੇ ਨਹੀਂ, ਪਰ ਉਹ ਸਾਈਪਰਸ ਦੇ ਵਿੱਚ ਕਾਫੀ ਦੇਰ ਦੀ ਕੁੜੀ ਆ। ਇਹਨੇ ਉਹਦੇ ਨਾਲ ਅੱਟੀ ਸੱਟੀ ਲਾਈ। ਠੀਕ ਹੈ ਜੀ, ਅੱਟੀ ਸੱਟੀ ਲਾ ਕੇ ਵੀ ਮੈਂ ਇਹਨਾਂ ਨੂੰ ਭੇਜਣਾ, ਪਤਾ ਨਹੀਂ ਇਹਨੇ ਪੈਸੇ ਦਿੱਤੇ ਵੀ ਆ ਕਿ ਨਹੀਂ 5 ਲੱਖ ਰੁਪਇਆ। ਜੇ ਕਹਿੰਦਾ ਸਾਨੂੰ ਇਹ ਚੀਜ਼ ਦਾ ਕੋਈ ਪ੍ਰੂਫ ਨਹੀਂ, ਇਹ ਪ੍ਰੂਫ ਲੈ ਕੇ ਆਵੇ। ਠੀਕ ਹੈ। ਇਹਨੇ ਸਾਈਪਰਸ ਭੇਜਿਆ। ਜਦੋਂ ਇਹਨੇ ਘਰ ਗੱਲ ਕੀਤੀ, ਅਸੀਂ ਸਾਈਪਰਸ ਬਾਰੇ ਲੋਕਾਂ ਨੂੰ ਵੀ ਪੁੱਛਿਆ, ਕਈਆਂ ਨੂੰ, ਕਿਉਂਕਿ ਸਾਨੂੰ ਇਹ ਕੰਟਰੀਆਂ ਦਾ ਪਤਾ ਨਹੀਂ, ਕਦੀ ਗਏ ਨਹੀਂ, ਪਾਸਪੋਰਟ ਨਹੀਂ ਬਣਾਏ।
ਜਦੋਂ ਇਹ ਗੱਲ ਹੋਈ ਅਸੀਂ ਲੋਕਾਂ ਨੂੰ ਕਾਫੀ ਨੂੰ ਪੁੱਛਿਆ ਵੀ ਸਾਈਪ੍ਰਸ ਕਿਉਂ, ਕਿਸੇ ਨਾਲ ਇਦਾਂ ਦੇ ਕੋਈ ਰਿਲੇਸ਼ਨ ਨਹੀਂ ਸੀ, ਕਿਸੇ ਨੂੰ ਕਿਹਨੂੰ ਪੁੱਛੀਏ ਅਸੀਂ। ਪਰ ਜਦੋਂ ਅਸੀਂ ਪੁੱਛਿਆ, ਅਸੀਂ ਵੀ ਏਜੰਟਾਂ ਕੋ ਗਏ, ਫਿਰ ਏਜੰਟ ਵਗੈਰਾ ਜਿਹੜੇ ਭੇਜਦੇ ਆ ਬਾਹਰ, ਅਸੀਂ ਵੀ ਪੁੱਛਿਆ ਸਾਈਪ੍ਰਸ ਕਿਹੋ ਜਿਹੀ ਕੰਟਰੀ ਹੈ। ਉਹਨਾਂ ਨੇ ਕਿਹਾ ਬੜੀ ਪੂਅਰ ਕੰਟਰੀ ਹੈ, ਉੱਥੇ ਵਿੱਚ ਕੁਛ ਨਹੀਂ, ਸਿਰਫ ਹਾਊਸਮੇਡ ਦਾ ਕੰਮ ਚੱਲਦਾ। ਫਿਰ ਮੈਂ ਇਹਨੂੰ ਸਵਾਲ ਕੀਤਾ ਸੀ ਆਪਣੇ ਜੀਜੇ ਨੂੰ, ਇਹ ਲੈਂਬਰਸੈਨਪੁਰੀ ਨੂੰ, ਵੀ ਜੇ ਤੂੰ ਮੈਨੂੰ ਸਾਈਪ੍ਰਸ ਭੇਜਣ ਲੱਗਾ, ਉੱਥੇ ਤਾਂ ਕੋਈ ਫਿਊਚਰ ਨਹੀਂ ਹੈਗਾ। ਇਹਨੇ ਮੈਂ ਸਾਨੂੰ ਇਹ ਵਾਅਦਾ ਕੀਤਾ ਸੀ, ਮੇਰੇ ਘਰਦਿਆਂ ਨੂੰ, ਸਾਰੇ ਮੇਰੇ ਫੈਮਿਲੀ ਨੂੰ ਪਤਾ, ਇਹਨੇ ਇਹ ਵਾਅਦਾ ਕੀਤਾ ਸੀ ਸਾਈਪ੍ਰਸ ਜਾ ਕੇ ਮੈਂ ਤੈਨੂੰ ਇੰਗਲੈਂਡ ਪਹੁੰਚਾਉਣਾ, ਕਿਉਂਕਿ ਯੂਕੇ ਮੇਰਾ, ਇਹ ਕਹਿੰਦਾ ਹੁੰਦਾ ਸੀ ਸਿੱਕਾ ਜੰਮਦਾ, ਇਹ ਹਮੇਸ਼ਾ ਕਹਿੰਦਾ ਸੀ ਯੂਕੇ ਮੇਰਾ ਸਿੱਕਾ ਜੰਮਦਾ, ਮੈਂ ਤੈਨੂੰ ਯੂਕੇ ਸੈੱਟ ਕਰੂੰਗਾ। ਇਹਨੇ ਇਹ ਵਰਡਿੰਗ ਕਹੀ ਸੀ, ਠੀਕ ਹੈ। ਔਰ ਜਿਹੜੀ ਤੁਸੀਂ ਗੱਲ ਕਰਦੇ ਆ ਪੈਸੇ ਦੀ 5 ਲੱਖ, ਇਹ ਪ੍ਰੂਫ ਲੈ ਕੇ ਆਵੇ, ਠੀਕ ਹੈ ਜੀ। ਇਹਨੇ 5 ਲੱਖ ਰੁਪਈਆ ਕੋਈ ਨਹੀਂ ਲਾਇਆ, ਠੀਕ ਹੈ। ਅੱਜ ਜੋ ਇਹ ਮਰਜ਼ੀ ਕਹਿ ਦੇਵੇ, ਜੇ ਇਹਨੇ ਲਾਏ ਵੀ ਆ ਅੰਦਰਗਤੀ, ਜੇ ਇਹਨੇ ਕੀਤੇ ਵੀ, ਅਸੀਂ ਤਾਂ ਨਹੀਂ ਇਹਦੇ ਦੇਖੇ ਜਦੋਂ ਇਹ ਦਿੰਦਾ ਸੀ ਕਿਸੇ ਏਜੰਟਾਂ ਨੂੰ ਪੈਸੇ, ਅਸੀਂ ਉਹ ਚੀਜ਼ਾਂ ਬਿਹਾਫ ਤੇ ਮੋੜਿਓ ਪੈਸੇ ਜੀ ਐਲੀਗੇਸ਼ਨ ਲਗਾਉਂਦਾ ਸੀ ਹਮੇਸ਼ਾ। ਮੈਂ ਵੀ ਕਮਾਉਣੀ ਸੀ। ਕੀ ਕਰਦੇ ਸੀ ਉੱਥੇ ਜਾ ਕੇ? ਮੈਂ ਹਾਊਸਮੇਡ ਸੀ ਜੀ। ਇਹਨੇ ਮੈਨੂੰ ਹਾਊਸਮੇਡ ਲਈ ਉੱਥੇ ਭੇਜਿਆ ਹੋਇਆ ਸੀ। ਇਹਨੇ ਸਿਰਫ ਇਹ ਗੱਲ ਮੈਨੂੰ ਕਹੀ ਸੀ, ਫਿਰ ਰਜਨੀ ਮੈਂ ਕਿਹਾ ਮੈਂ ਹਾਊਸਮੇਡ ਦਾ, ਮੈਂ ਪੜ੍ਹੀ ਲਿਖੀ ਕੁੜੀ ਆ, ਮੈਂ ਹਾਊਸਮੇਡ ਦਾ ਕਿਉਂ ਕੰਮ ਕਰੂੰਗੀ। ਇਹਨੇ ਮੈਨੂੰ ਕਿਹਾ ਸੀ ਤੂੰ 15 ਦਿਨ ਸਿਰਫ ਉੱਥੇ ਰਹਿਣਾ, 15 ਦਿਨਾਂ ਤੋਂ ਬਾਅਦ ਤੂੰ ਤੇਰਾ ਇੰਗਲੈਂਡ ਦਾ ਕੰਮ ਬਣਨਾ। ਮੈਂ ਉੱਥੇ ਜੀ 2 ਸਾਲ ਰਹੀ, 2-2.5 ਸਾਲ ਰਹੀ ਆ। ਮੈਂ ਕੰਮ ਕੀਤਾ, ਮੈਂ ਇਹਦੇ ਪੈਸੇ ਮੋੜੇ, ਮੈਂ ਇਹਦੀ ਪਾਈ ਮੋੜੀ, ਦਾਵਾ ਕਰ ਦਿੱਤਾ। ਇਹਨੇ ਏਜੰਟਾਂ ਨੂੰ ਕਿੰਨਾ ਦਿੱਤਾ, ਉਹ ਸਾਰੀਆਂ ਗੱਲਾਂ ਹੋ ਗਈਆਂ। ਉਹ ਚੀਜ਼ਾਂ ਇੰਨੀਆਂ ਕੌਣ ਸੰਭਾਲ ਕੇ ਰੱਖਦਾ, ਠੀਕ ਹੈ। ਇਹਦੇ ਕੋਲ ਹੈਗੀਆਂ ਤਾਂ ਇਹ ਪ੍ਰੂਫ ਕਰ ਦੇਵੇ। ਉੱਥੇ ਰਹੇ, ਫਿਰ ਤੁਸੀਂ ਇਹਨਾਂ ਨੂੰ ਪੁੱਛਦੇ ਨਹੀਂ ਸੀ? ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਯੂਕੇ ਭੇਜਣਾ ਹੈ ਤੇ ਤੁਸੀਂ ਤਾਂ ਮੈਨੂੰ ਇੱਥੇ ਰੱਖਿਆ, ਫਿਰ ਤੁਸੀਂ ਉੱਥੋਂ ਵਾਪਸ ਕਿਵੇਂ ਆਏ? ਬਿਲਕੁਲ ਐਕਚੁਅਲੀ ਰਾਜੀ ਗੱਲ ਇਹ ਆ ਕਿ ਇਹ ਸ਼ੁਰੂ ਤੋਂ ਬੜਾ ਘਟੀਆ ਤੇ ਕਮੀਨਾ ਬੰਦਾ, ਜਨਾਨੀਵਾਜ ਬੰਦਾ, ਠੀਕ ਹੈ। ਇਹਦੇ ਰਿਲੇਸ਼ਨ ਬਹੁਤ ਸਾਰੀਆਂ ਜਨਾਨੀਆਂ ਨਾਲ ਰਹੇ। ਜਦ ਦੀ ਸਿਸਟਰ ਦੀ ਮੈਰਿਜ ਹੋ ਗਈ, 16 ਸਾਲ ਉਹਦੀ ਮੈਰਿਜ ਨੂੰ ਹੋ ਗਿਆ, ਉਦੋਂ ਦੀ ਅਸਾਂ ਦੀਆਂ ਕੰਮ ਵਾਲੀਆਂ ਨਾਲ ਵੀ ਰਿਲੇਸ਼ਨ ਆ। ਬੱਚਿਆਂ ਨੇ ਅੱਖੀ ਦੇਖਿਆ ਹੋਇਆ, ਅੱਛਾ, ਬੱਚਿਆਂ ਨੇ ਅੱਖੀ ਦੇਖਿਆ ਹੋਇਆ, ਇਹਦੀ ਬੇਟੀ ਨੇ ਦੇਖਿਆ, ਇਹਦੇ ਬੇਟਿਆਂ ਨੇ ਦੇਖਿਆ ਹੋਇਆ ਇਹ ਕੀ ਗੰਦ ਘੋਲਦੇ ਆ। ਇਸ ਟਾਈਮ ਅੱਕ ਕੇ ਅਸੀਂ ਬੋਲਦੇ। ਹੁਣ ਜਿਹੜੀ ਗੱਲ ਰਹੀ, ਸਵਾਲ ਤੁਹਾਡਾ ਇਹ ਆ, ਤੁਸੀਂ ਮੈਨੂੰ ਕੀ ਸਵਾਲ ਪੁੱਟ ਕੀਤਾ ਕਿ ਤੁਸੀਂ ਇੰਨਾ ਟਾਈਮ ਤੁਹਾਨੂੰ ਇਹਨਾਂ ਨੇ ਕਿਹਾ ਸੀ ਕਿ ਯੂਕੇ ਭੇਜ ਦੋਗੇ, ਪਰ 2-2.5 ਸਾਲ ਤੁਸੀਂ ਸਾਈਪ੍ਰਸ। ਐਕਚੁਅਲੀ ਸਿਸਟਰ ਗੱਲ ਇਹ ਆ ਕਿ ਜਦੋਂ ਮੈਂ ਉੱਥੇ ਚਲੇ ਗਈ, ਮੈਨੂੰ ਨਾ ਇਹ ਜਿਹੜੀ ਇਹਦੇ ਕੁੜੀ ਸੀ ਬਿੰਦੂ ਨਾਮ ਦੀ, ਏਜੰਟ ਸੀ ਇੱਥੋਂ ਕੋਈ, ਇਹਨੇ ਉਹਨੂੰ ਪੈਸਾ ਦਿੱਤਾ, ਨਹੀਂ ਦੱਸਿਆ 5 ਲੱਖ ਰੁਪਇਆ, ਪਰ ਅਸੀਂ ਇਹਦੇ ਮੋੜੇ। ਗੱਲ ਇੱਦਾਂ ਸੀਗੀ, ਜਦੋਂ ਉਹ ਮੈਨੂੰ ਲੈਣ ਆਈ ਆ, ਮੈਂ ਉਹਦੇ ਕੋਲ ਰਹੀ ਹਾਂ, ਮੈਂ 3-4 ਦਿਨ ਰਹੀ ਹਾਂ। ਮੈਂ ਕਿਹਾ ਦੀਦੀ ਮੇਰਾ ਕੰਮ ਕੀ ਹੈ? ਕਹਿੰਦੀ ਹਾਊਸਮੇਡ ਦਾ ਕੰਮ ਆ। ਮੈਂ ਕਿਹਾ ਇਹ ਤਾਂ ਕਹਿੰਦਾ ਸੀ ਇੰਗਲੈਂਡ ਜਾਣਾ, ਉੱਥੇ ਤੂੰ 15 ਦਿਨ ਰਹਿਣਾ। ਵੀ ਮੈਨੂੰ ਇੱਦਾਂ ਦੀ ਕੋਈ ਗੱਲਬਾਤ ਦਾ ਪਤਾ ਨਹੀਂ। ਜਦੋਂ ਮਾਲਕਾ ਕੋ ਮੈਂ ਉੱਥੇ ਚਲੀ ਗਈ ਹਾਂ, ਜਿਨ੍ਹਾਂ ਦੇ ਘਰ ਮੈਂ ਕੰਮ ਕਰਨਾ ਸੀ, ਗੋਰੇ ਲੋਕ ਜਿਨ੍ਹਾਂ ਦੇ ਘਰ ਮੈਂ ਕੰਮ ਕਰਨ ਗਈ ਹਾਂ, ਇਹ ਬੰਦੇ ਦਾ ਉਸੇ ਵੇਲੇ ਮੈਨੂੰ ਫੋਨ ਆਇਆ, ਤੂੰ ਕੰਮ ਤੇ ਪਹੁੰਚ ਗਈ। ਮੈਂ ਕਿਹਾ ਤੁਸੀਂ ਤਾਂ ਮੈਨੂੰ ਇੱਦਾਂ ਕਹਿੰਦੇ ਸੀ। ਚਲੋ ਇਹਨੇ ਗੱਲ ਉੱਥੋਂ ਗੋਲਮਾਲ ਕਰ ਦਿੱਤੀ, ਮੈਂ ਵੀ ਇੰਨੀ ਕਰਨੀ ਇਹਨਾਂ ਕੀਤੀ। ਫਿਰ ਮੈਂ ਕਿਹਾ ਵੀ ਮੈਂ ਇਹ ਜਿਹੜਾ ਹਾਊਸ ਕੀਪਰ ਦਾ ਕੰਮ ਆ, ਇਹ ਮੈਂ ਕਿੰਨਾ ਚਿਰ ਕਰਨਾ। ਕਹਿੰਦਾ ਮੇਰੀ ਸੁਣ ਧਿਆਨ ਨਾਲ ਗੱਲ, ਇਹ ਬੰਦੇ ਨੇ ਮੈਨੂੰ ਉਦੋਂ ਨਾ ਇਹ ਜਿਹੜੇ ਸਮਾਰਟਫੋਨ ਵਗੈਰਾ ਨਹੀਂ ਸੀ, ਸਿੰਪਲ ਮੇਰਾ ਕੋਲ ਨੋਕੀਆ ਦਾ ਫੋਨ ਸੀ ਛੋਟਾ, ਨਹੀਂ ਤਾਂ ਮੈਂ ਇਹਦੀਆਂ ਰਿਕਾਰਡਿੰਗਾਂ ਕਰਦੀ, ਸਭ ਕੁਝ ਕਰਦੀ, ਤਾਂ ਤੁਹਾਨੂੰ ਅੱਜ ਸੁਣਾਉਣੀ। ਕਿਹੜੇ ਸਾਲ 'ਚ ਤੁਸੀਂ ਗਏ ਸੀ, ਤੁਹਾਨੂੰ ਯਾਦ ਹੈ? ਆਈ ਥਿੰਕ ਮੈਂ 2007 ਦੇ ਵਿੱਚ ਗਈ ਹਾਂ। ਅੱਛਾ, ਪਾਸਪੋਰਟ ਹੈ ਮੇਰੇ ਕੋਲ, ਮੈਂ ਸ਼ੋਅ ਕਰ ਦਊਂਗੀ ਤੁਹਾਨੂੰ, ਪਾਸਪੋਰਟ ਮੇਰਾ ਹੈ। ਜਦੋਂ ਮੈਂ ਉੱਥੇ ਸਾਈਪ੍ਰਸ ਜਿਹੜੀ ਗੱਲ ਹੋਈ, ਮਾਲਕਾ ਕੋ ਪਹੁੰਚ ਗਈ ਹਾਂ, ਸਾਰਾ ਕੁਝ ਹੋ ਗਿਆ ਵਾ। ਉਸ ਤੋਂ ਬਾਅਦ ਮੈਨੂੰ ਕਾਲ ਕੀਤੀ ਹੈ, ਮੈਂ ਕਿਹਾ ਮੈਂ ਕਿੰਨੇ ਕੁ ਦਿਨ ਇੱਥੇ ਰਹਿਣਾ। ਇਹਨੇ ਕਿਹਾ, ਕਹਿੰਦਾ ਤੂੰ ਕਿੱਥੇ ਭੁੱਲੀ ਫਿਰਦੀ ਆ ਵੀ ਮੈਂ ਤੈਨੂੰ ਸਾਈਪ੍ਰਸ ਭੇਜਣ ਲੱਗਾ ਵਾ, ਇਹ ਤੈਨੂੰ ਇੰਗਲੈਂਡ ਲੈ ਕੇ ਜਾਊਂਗਾ। ਇਹ ਬੰਦੇ ਦੀ ਵਰਡਿੰਗ ਰਹੀ। ਕਹਿੰਦਾ ਜੇ ਮੈਂ ਤੈਨੂੰ ਸਾਈਪ੍ਰਸ ਭੇਜਿਆ ਸੀ, ਮੈਂ ਤੈਨੂੰ ਇਸ ਬਿਹਾਵ ਤੇ ਭੇਜਿਆ ਕਿ ਬੜੇ ਪਹਿਲਾਂ ਤੋਂ, ਜਦੋਂ ਅਨਮੈਰਿਡ ਸੀ, ਜਦੋਂ ਸਿਸਟਰ ਨਾਲ ਮੈਰਿਜ ਹੋਈ, ਮੇਰੀ ਪਹਿਲੇ ਹੀ ਤੇਰੇ ਤੇ ਅੱਖ ਸੀਗੀ, ਮੇਰੀ ਪਹਿਲੇ ਹੀ ਤੇਰੇ ਤੇ ਅੱਖ ਸੀ, ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਤੂੰ ਕਹਿੰਦਾ ਮੇਰੀ ਬਸ ਇੱਕ ਗੱਲ ਮੰਨ। ਇਹਨੇ ਮੈਨੂੰ ਬਹੁਤ ਟੌਰਚਰ ਕੀਤਾ, ਬਹੁਤ ਇੱਦਾਂ ਦੀਆਂ ਗੱਲਾਂ ਕਹੀਆਂ, ਮੈਂ ਤੈਨੂੰ ਬੜਾ ਪਿਆਰ ਕਰਦਾ, ਬੜਾ ਕੁਛ ਕਰਦਾ ਵਾ। ਇੱਥੇ ਵੀ ਕਹਿੰਦਾ ਹੁੰਦਾ ਸੀ। ਅਸੀਂ ਇੱਕਦਮ ਮਤਲਬ ਉਹ ਚੀਜ਼ਾਂ ਨੂੰ ਛੱਡ ਦਿੰਦੇ ਸੀ। ਅਸੀਂ ਕਹਿੰਦੇ ਚਲੋ ਸਿਸਟਰ ਦਾ ਘਰ ਬਸਦਾ, ਠੀਕ ਹੈ ਨਾ। ਕਦੀ ਉਹਨੂੰ ਦੱਸੀਆਂ ਨਹੀਂ ਸੀ, ਦੱਸੀਆਂ ਨਹੀਂ ਸੀ, ਪਹਿਲਾਂ ਨਹੀਂ ਦੱਸਦੇ ਸੀ। ਇਹ ਸਾਈਪ੍ਰਸ ਜਾਣ ਤੋਂ ਪਹਿਲਾਂ ਦੀ ਗੱਲ ਆ, ਨਹੀਂ ਦੱਸਦੇ ਸੀ। ਤੇ ਜਦੋਂ ਮੈਂ ਸਾਈਪ੍ਰਸ ਚਲੇ ਗਈ ਹਾਂ, ਉਹ ਸਾਰੀਆਂ ਗੱਲਾਂ ਹੋਈਆਂ। ਇਹਨੇ ਮੈਨੂੰ ਕਿਹਾ, ਕਹਿੰਦਾ ਮੈਂ ਤੇਰੇ ਨਾਲ ਉੱਥੇ ਵੀ ਵਿਆਹ ਕਰਾਉਣਾ, ਸਾਈਪ੍ਰਸ ਜਾਣ ਦਾ ਤੇਰਾ ਰੀਜ਼ਨ ਇਹ ਹੈਗਾ, ਤੇਰੇ ਨਾਲ ਮੈਂ ਉੱਥੇ ਵੀ ਵਿਆਹ ਕਰਾਉਣਾ, ਇਹਨੂੰ ਵੀ ਇੱਥੇ ਰੱਖਣਾ ਵਾ। ਅੱਛਾ, ਦੋਨਾਂ ਨੂੰ ਰੱਖਣਾ। 6 ਮਹੀਨੇ ਮੈਂ ਉੱਥੇ ਰਿਹਾ ਕਰੂੰਗਾ। ਇਹ ਮੈਨੂੰ ਕਹਿੰਦਾ 6 ਮਹੀਨੇ ਮੈਂ ਤੇਰੇ ਕੋਲ ਰਿਹਾ ਕਰੂੰਗਾ, 6 ਮਹੀਨੇ ਇੱਥੇ ਰਿਹਾ ਕਰੂੰਗਾ। ਇਹ ਬੰਦੇ ਦਾ ਇੰਨਾ ਗੰਦ ਸੁਣ ਕੇ ਮੈਂ ਉਸੇ ਵੇਲੇ ਫੋਨ ਕੱਟ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਇਹਨੂੰ ਕਾਲ ਕੀਤੀ,
ਫਿਰ ਮੈਨੂੰ ਕਾਲ ਕੀਤੀ, ਮੈਨੂੰ ਚੰਗੀਆਂ ਗਾਲਾਂ ਵਾਲਾ ਫੋਨ ਤੇ ਕੱਢੀਆਂ, ਇਹਦਾ ਜਲੂਸ ਬਹੁਤ ਕੱਢਿਆ ਉਸ ਟਾਈਮ ਵੀ ਮੈਂ ਕਿਹਾ ਤੂੰ ਦੁਬਾਰਾ ਇੱਥੇ ਫੋਨ ਨਹੀਂ ਕਰਨਾ। ਉਹ ਬਸ ਉਹ ਗੱਲ ਹੋ ਗਈ ਨਾ ਕਿ ਇੰਗਲੈਂਡ ਦਾ ਫਿਰ ਰਫਾ ਦਫਾ ਹੋ ਗਿਆ ਕੰਮ, ਇਹਨੇ ਕਿਤੋਂ ਭੇਜਣਾ ਸੀ। ਫਿਰ ਇਹਨੇ ਮੇਰਾ ਪਿੱਛਾ ਛੱਡ ਦਿੱਤਾ, ਖਤਮ ਕਰਤਾ। ਪਰ ਫਿਰ ਇਹ ਮੇਰੀ ਭੈਣ ਨੂੰ ਬਹੁਤ ਕੁੱਟਦਾ ਮਾਰਦਾ ਰਿਹਾ, ਬੜਾ ਜਲੀਲ ਕਰਦਾ ਰਿਹਾ, ਕਿਉਂਕਿ ਯਾਰੀ ਨਹੀਂ ਨਾ ਮੈਂ ਪਾਈ ਇਹਦੇ ਨਾਲ। ਯਾਰੀ ਜੇ ਤਾਂ ਮੈਂ ਯਾਰੀ ਪਾ ਲੈਂਦੀ ਫਿਰ ਤਾਂ ਮੈਂ ਬਿਲਕੁਲ ਠੀਕ ਸੀ, ਤੇ ਮੈਂ ਯਾਰੀ ਪਾਈ ਦਿੰਦੀ ਰਹੀ। ਲੱਖ ਦੇ 50,000 ਦੇ 20,000 ਦੇ, ਜਾਣੀ ਕਿ ਇਹਨੂੰ ਕਰ ਕਰਕੇ ਅਸੀਂ ਇਹਦੀ ਪਾਈ ਮੋੜ ਦਿੱਤੀ। ਗਲਤੀ ਸਾਡੇ ਕੋਲ ਰਾਜੇ ਕੋ ਇਹ ਹੋ ਗਈ, ਜੇ ਮੈਂ ਪੈਸੇ ਭੇਜਦੀ ਸੀ ਉਹਦੀਆਂ ਰਸੀਦਾਂ ਬਾਰ-ਬਾਰ ਲੈਮਰ ਉਹਨੇ ਕਹਿ ਰਹੇ ਕਿ ਔਰ ਇਹਨਾਂ ਨੂੰ ਚਾਹੀਦੇ ਸੀਗੇ ਉਸ ਵੇਲੇ